G20 ਜਿਹੜਾ ਕਿ ਬੜਾ ਚਰਚਾ ਦਾ ਵਿਸ਼ਾ ਰਿਹਾ। ਕਾਫੀ ਦਿਨਾਂ ਤੋਂ ਇਹੀ ਖਬਰਾਂ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਜਦੋਂ ਆਏ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਕੀ ਕੁਛ ਇਹਦੇ ਵਿੱਚੋਂ ਨਿਕਲਿਆ। ਕਹਿਣ ਨੂੰ ਕੀਤਾ ਜਾ ਰਿਹਾ ਵੀ ਅਸੀਂ ਕੌਮਾਂਤਰੀ ਭਾਈਚਾਰਾ ਪੈਦਾ ਕਰਨਾ ਵਾ, ਕੌਮਾਂਤਰੀ ਸਾਂਝ ਪੈਦਾ ਕਰਨੀ ਆ, ਲੇਕਿਨ ਇਹਦਾ ਅਸਲ ਮਕਸਦ ਵਪਾਰ ਨੂੰ बढ़ोतरी ਦੇਣੀ ਆ। ਬਿਲਕੁਲ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਰੇਲਵੇ ਦੇ ਰਾਹੀਂ, ਸੜਕਾਂ ਦੇ ਰਾਹੀਂ ਸਾਡੇ ਦੇਸ਼ ਨੂੰ, ਮੱਧ ਪੂਰਬ ਨੂੰ ਜੀ ਅੱਗੇ ਯੂਰਪ ਦੇ ਨਾਲ ਸੰਪਰਕ ਕੀਤਾ ਜਾਵੇ। ਜੀ ਇਹਦਾ ਸਿੱਧਾ ਜਿਹਾ ਕੰਮ ਮਤਲਬ ਹੈ ਕਿ ਸਾਡੇ ਇਸ ਖਿੱਤੇ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ, ਜਿੱਥੇ ਪਾਪੂਲੇਸ਼ਨ ਵੀ ਜ਼ਿਆਦਾ ਵਾ, ਜਿੱਥੇ ਉਹ ਲੋਕ ਲੈ ਕੇ ਇੰਡਸਟਰੀਜ਼ ਲਾ ਕੇ ਮੁੜ ਕੇ ਮਾਲ ਨੂੰ ਅੱਗੇ ਸਪਲਾਈ ਕਰ ਸਕਦੇ ਸਸਤੀ ਕਾਸਟ ਆਫ ਪ੍ਰੋਡਕਸ਼ਨ ਨਾਲ, ਹਾਂਜੀ ਹਾਂਜੀ ਬਿਲਕੁਲ, ਉੱਥੋਂ ਮਾਲ ਲਿਜਾਣ ਦੀਆਂ ਤਿਆਰੀਆਂ ਨੇ। ਬੇਸ਼ੱਕ ਉਹ ਅਨਾਜ ਹੋਵੇ, ਬੇਸ਼ੱਕ ਉਹ ਇਲੈਕਟ੍ਰੋਨਿਕਸ ਹੋਣ ਜਾਂ ਕੋਈ ਮਸ਼ੀਨਰੀ ਹੋਵੇ। ਜਿਹੜਾ ਰਸਤਾ ਇੱਕ ਨਿਕਲਦਾ ਆ ਉਹ ਤਾਂ ਪੰਜਾਬ ਦੇ ਵਿੱਚੋਂ ਦੀ ਨਿਕਲ ਕੇ ਹੀ ਜਾਂਦਾ ਆ। ਉਹ ਵੀ ਜ਼ਰੂਰ ਦੱਸਿਓ ਕਿ ਕੀ ਪੰਜਾਬ ਨੂੰ ਵੀ ਕੋਈ ਲਾਭ ਜਿਹੜਾ ਹੋ ਸਕਦਾ ਵੀ ਸਾਡੇ ਇਸ ਖਿੱਤੇ ਨੂੰ ਯੂਰਪ ਨਾਲ ਜੋੜਨਾ ਹੈ ਜੀ, ਲੇਕਿਨ ਰਸਤੇ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ G20 ਦੇ ਮੈਂਬਰ ਹੀ ਨਹੀਂ ਹੈਗੇ। ਜੀ ਜੀ ਜਦੋਂ ਉਹ ਮੈਂਬਰ ਨਹੀਂ ਹੈਗੇ ਤੇ ਉਹ ਉਹਨਾਂ ਦੇਸ਼ਾਂ ਦੇ ਵਿੱਚੋਂ ਦੀ ਕਿਸ ਤਰ੍ਹਾਂ ਲਿੰਕ ਜੋੜ ਲੈਣਗੇ। ਤੇ ਜੇ ਲਿੰਕ ਨਹੀਂ ਜੋੜਨਗੇ ਪਾਕਿਸਤਾਨ ਤੇ ਅਫਗਾਨਿਸਤਾਨ, ਸਾਡੇ ਤੇ ਵਪਾਰ ਦਾ ਰਸਤਾ ਹੀ ਉਹ ਜੀ ਬਿਲਕੁਲ ਪੁਰਾਤਨ ਸਮੇਂ ਤੋਂ ਦਰਾ ਖੈਬਰ ਹੀ ਸਾਡਾ ਰਸਤਾ ਬਣਿਆ ਰਿਹਾ ਵਾ। ਗੱਲ ਇਹਨਾਂ ਰੇਲਵੇ ਤੇ ਸੜਕੀ ਸੰਪਰਕ ਦੀ ਕੀਤੀ ਆ, ਹਵਾਈ ਸੰਪਰਕ ਦੀ ਗੱਲ ਨਹੀਂ ਕੀਤੀ। ਪੰਜਾਬ, ਲੁਧਿਆਣਾ, ਬਾਕੀ ਜਿਹੜੇ ਅੰਮ੍ਰਿਤਸਰ, ਇਹਦੇ ਵਿੱਚ ਡਰਾਈ ਪੋਰਟਸ ਦੀ ਗੱਲ ਕਰਨ, ਹਵਾਈ ਸੰਪਰਕ ਦੀ ਗੱਲ ਕਰਨ, ਫਿਰ ਪੰਜਾਬ ਨੂੰ ਫਾਇਦਾ ਹੋ ਸਕਦਾ। ਸੋ ਇਹ ਇੱਥੇ ਕਿ ਮੈਨੂੰ ਲੱਗਦਾ ਵੀ ਕਿਤੇ ਕਤਾਈ ਹੈ ਜਾਂ ਜਿਹੜੇ ਦੇਸ਼ ਦੇ ਹਾਕਮ ਉਹਨਾਂ ਦੇ ਮਨਾਂ 'ਚ ਕੋਈ ਥੋੜੀ ਦੁਬਿਧਾ ਵੀ ਹੈ ਜੀ। ਸੋ ਬਿਲਕੁਲ ਡਾਕਟਰ ਸਾਹਿਬ, 에ਅਰ ਸਪੇਸ ਵੀ ਜਿਹੜੀ ਆ ਉਹ ਪਾਕਿਸਤਾਨ, ਅਫਗਾਨਿਸਤਾਨ ਦੀ ਹੀ ਯੂਜ਼ ਕੀਤੀ ਜਾਂਦੀ ਹੈ। ਜਿਹੜੀ ਕੋਈ ਫਲਾਈਟ ਵੀ ਨਿਕਲ ਕੇ ਜਾਂਦੀ ਆ ਦਿੱਲੀ ਤੋਂ, ਕਿਉਂਕਿ 에ਅਰ ਸਪੇਸ ਜਿਹੜੀ ਆ ਉਹ ਪਿੱਛੇ ਜੇ ਪਹਿਲਾਂ ਬੰਦ ਵੀ ਕਰ ਦਿੱਤੀ ਸੀ ਜਦੋਂ ਪਾਕਿਸਤਾਨ ਨੇ, ਤਾਂ ਜਹਾਜ਼ ਜਿਹੜੇ ਆ ਉਹ ਦੂਸਰੇ ਰਸਤੇ ਥਾਣੀ ਜਦੋਂ ਜਾਂਦੇ ਸੀ ਤੇ ਬਹੁਤ ਜ਼ਿਆਦਾ ਫਿਊਲ ਜਿਹੜਾ ਕਹਿੰਦੇ ਖਰਚ ਜਿਹੜਾ ਆ ਉਹ ਲੱਗਦਾ ਸੀਗਾ। ਸੋ ਇਸ ਕਰਕੇ ਇਹ ਜ਼ਰੂਰੀ ਹੈਗਾ ਆ ਕਿ ਇਹਨਾਂ ਨੂੰ ਵੀ ਜਿਹੜਾ ਆ ਵਿੱਚ ਸ਼ਾਮਿਲ ਕਰਕੇ ਤੇ ਇਸ ਤਰੀਕੇ ਨਾਲ ਵਪਾਰ ਜਿਹੜਾ ਆ ਉਹ ਖੁੱਲ੍ਹਣਾ ਚਾਹੀਦਾ ਹੈ। ਨਜ਼ਰ ਆ ਰਿਹਾ ਨਸ਼ੇ ਵੀ ਉਵੇਂ ਚੱਲ ਰਹੇ ਆ। ਗੈਂਗਸਟਰ ਜੇ ਕੋਈ ਫੜਿਆ ਜਾਂਦਾ ਤਾਂ ਉਹ ਭੱਜ ਜਾਂਦਾ। ਕਿਵੇਂ ਦੇਖਦੇ ਹੋ? ਕ੍ਰਾਈਮ ਨੂੰ ਪੰਜਾਬ 'ਚ ਵਧਾਇਆ ਜੀ, ਲੇਕਿਨ ਇਹ ਸਿੱਧੇ ਤੌਰ ਤੇ ਨਹੀਂ ਵਧਿਆ। ਪੁਲਿਸ 'ਚ ਬਹੁਤ ਲੋਕ ਚੰਗੇ ਨੇ ਜੀ, ਲੇਕਿਨ ਜਿਹੜੇ ਮਾੜੇ ਨੇ ਉਹ ਅੱਤ ਦਰਜੇ ਦੇ ਮਾੜੇ ਨੇ ਜੀ। ਤੇ ਜਿੰਨੇ ਗੈਂਗਸਟਰ ਨੇ, ਨਸ਼ੇ ਵੇਚਣ ਵਾਲੇ ਆ, ਪੁਲਿਸ ਆ, ਤੇ ਉਹਨਾਂ ਦੀ ਸਿਆਸੀ ਪੁਸ਼ਤ ਅਪਣਾਈ, ਇਹ ਨੈਕਸਸ ਆ ਪੰਜਾਬ ਦਾ। ਜੀ ਜੀ, ਜਦ ਤੱਕ ਇਹ ਨਹੀਂ ਟੁੱਟਦਾ ਉਹਨਾਂ ਚਿਰ ਨਾ ਨਸ਼ੇ ਬੰਦ ਹੋਣੇ, ਨਾ ਗੈਂਗਸਟਰ ਬੰਦ ਹੋਣੇ। ਕਿਉਂਕਿ ਨਸ਼ਿਆਂ ਦੇ ਪੈਸੇ ਨਾਲ ਹੀ ਗੈਂਗਸਟਰ ਆਪਣੇ ਆਪ ਨੂੰ ਸਰਵਾਈਵ ਕਰ ਰਹੇ ਆ। ਕਈ ਵਾਰੀ ਕਹਿੰਦੇ ਪੰਜਾਬ ਹੀ ਇਕੱਲਾ ਉੜਤਾ ਪੰਜਾਬ ਆ, ਇਕੱਲਾ ਪੰਜਾਬ ਨਹੀਂ। ਪੰਜਾਬ ਦੇ ਵਿੱਚ ਇਸ ਵੇਲੇ 32,157 ਬੰਦੇ ਜੇਲ੍ਹਾਂ 'ਚ ਬੰਦ ਆ ਜੀ, ਪਰ ਭਾਰਤ 'ਚ ਇਹਦਾ 5ਵਾਂ ਸਥਾਨ ਆ ਜੀ, ਟੌਪ ਤੇ ਨਹੀਂ ਹੈਗਾ ਇਹ। ਸੋ ਇਹ ਸਨ ਮੁੱਖ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਤੁਹਾਨੂੰ ਆਪਣੇ ਅੱਜ ਦੇ ਗੈਸਟ ਜਿਹੜੇ ਉਹਨਾਂ ਨਾਲ ਮਿਲਾਉਂਦੇ ਹਾਂ ਤੇ ਕੁਝ ਖਬਰਾਂ ਦੇ ਉੱਤੇ ਵੀ ਚਰਚਾ ਜਿਹੜੀ ਆ ਉਹ ਕਰਾਂਗੇ ਤੇ ਨਾਲ ਖੇਤੀਬਾੜੀ ਜਿਹੜੀ ਆ ਉਹਦੇ ਉੱਤੇ ਵੀ ਚਰਚਾ ਕਰਾਂਗੇ। ਮੇਰੇ ਨਾਲ ਅੱਜ ਗੈਸਟ ਨੇ ਡਾਕਟਰ ਗੁਰਕਪਾਲ ਸਿੰਘ ਜੀ ਕਾਲੋਂ, ਜਿਹੜੇ ਕਿ ਗੰਨਾ ਸਲਾਹਕਾਰ ਨੇ, ਖੇਤੀ ਮਾਹਰ ਨੇ, ਅਰਥ ਸ਼ਾਸਤਰੀ ਨੇ। ਆਓ ਫਤਿਹ ਦੀ ਸਾਂਝ ਪਾਉਂਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਬ੍ਰੇਕਫਾਸਟ ਸ਼ੋਅ ਦੇ ਵਿੱਚ। ਧੰਨਵਾਦ ਜੀ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ G20 ਜਿਹੜਾ ਕਿ ਬੜਾ ਚਰਚਾ ਦਾ ਵਿਸ਼ਾ ਰਿਹਾ। ਕਾਫੀ ਦਿਨਾਂ ਤੋਂ ਇਹੀ ਖਬਰਾਂ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਜਦੋਂ ਆਏ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਕੀ ਕੁਛ ਇਹਦੇ ਵਿੱਚੋਂ ਨਿਕਲਿਆ ਤੇ ਕੀ ਕੁਛ ਤੁਸੀਂ ਜਿਹੜਾ ਆ ਉਹ ਦੇਖ ਰਹੇ ਹੋ? ਕਿਉਂਕਿ ਸਮੁੱਚੇ ਵਿਸ਼ਵ ਦੇ ਵਿੱਚੋਂ ਜਿਹੜੇ ਚੋਟੀ ਦੇ ਲੀਡਰ ਸੀਗੇ ਉਹ ਭਾਰਤ ਪਹੁੰਚੇ ਤੇ ਦਿੱਲੀ ਦੇ ਵਿੱਚ ਸਾਰਾ ਜਿਹੜਾ ਸਿਖਰ ਸੰਮੇਲਨ ਸੀਗਾ ਉਹ ਚੱਲਿਆ। ਤੇ ਤੁਸੀਂ ਕਿਵੇਂ ਦੇਖਦੇ ਹੋ ਓਵਰਆਲ ਇਸ ਨੂੰ ਸਾਰਾ? ਗਿੱਲ ਸਾਹਿਬ, ਜਿੱਥੇ ਤੱਕ G20 ਦਾ ਸੰਬੰਧ ਹੈ ਜੀ, ਇਹਦੇ ਵਿੱਚ 20 ਦੇਸ਼ਾਂ ਦੀ ਸ਼ਮੂਲੀਅਤ ਸੀ ਜੀ, ਜਿਨ੍ਹਾਂ 'ਚ ਰੂਸ ਦੇ ਰਾਸ਼ਟਰਪਤੀ ਤੇ ਚੀਨ ਦੇ ਰਾਸ਼ਟਰਪਤੀ ਖੁਦ ਹਾਜ਼ਰ ਨਹੀਂ ਹੋਏ ਜੀ, ਬਾਕੀ ਸਾਰੇ ਦੇਸ਼ਾਂ ਦੇ ਮੁਖੀ ਇਹ 'ਚ ਹਾਜ਼ਰ ਹੋਏ ਆ। ਹਾਂਜੀ। ਤੇ ਇਹਦੇ ਵਿੱਚ ਜਿਹੜੀ ਮੁੱਖ ਤੌਰ ਤੇ ਚਰਚਾ ਹੋਈ ਆ, ਉਹਨਾਂ ਦੇ ਵਿੱਚੋਂ ਸਲਾਮਤੀ ਕੌਂਸਲ ਜਿਹੜੀ ਆ ਉਹਦੇ ਸਮੇਤ ਜਿੰਨੀਆਂ ਆਲਮੀ ਸੰਸਥਾਵਾਂ ਵਾ ਉਹਨਾਂ ਦਾ ਵਿਸਥਾਰ ਕਰਨ ਤੇ ਜ਼ੋਰ ਦਿੱਤਾ ਗਿਆ ਜੀ ਜੀ। ਦੂਸਰੀ ਗੱਲ ਜਿਹੜੀ ਇਹ 'ਚ ਮੋਦੀ ਸਾਹਿਬ ਵੱਲੋਂ ਪੇਸ਼ ਕੀਤੀ ਗਈ ਹੈ ਜੀ ਕਿ ਅਗਲੇ ਸੈਸ਼ਨ ਜਿਹੜੇ ਦੇ ਹੋਣੇ ਆ ਉਹ ਵਰਚੁਅਲ ਤੌਰ ਤੇ ਕੀਤੇ ਜਾਣ ਜੀ। ਦੁਵੱਲੇ ਸਬੰਧਾਂ ਵਾਸਤੇ ਮੈਕਰੋ, ਅਲਾਫ ਤੇ ਟਰੂਡੋ, ਹਾਂਜੀ, ਇਹਨਾਂ ਨਾਲ ਭਾਰਤ ਦੀ ਚਰਚਾ ਹੋਈ ਆ। ਮਤਲਬ ਇਹਦੇ 'ਚ ਸਮੁੱਚੀ ਮੀਟਿੰਗ ਵੀ ਹੋਈ ਤੇ ਅਲੱਗ-ਅਲੱਗ ਦੇਸ਼ਾਂ ਨਾਲ ਵੀ ਹੋਈਆਂ ਨੇ। ਹਾਂਜੀ।
ਅਗਲੇ ਸੈਸ਼ਨ ਦੀ ਪ੍ਰਧਾਨਗੀ ਜਿਹੜੀ ਉਹ ਬ੍ਰਾਜ਼ੀਲ ਨੂੰ ਸੌਂਪੀ ਗਈ ਹੈ ਜੀ। ਰੂਸ ਆਪਣਾ ਪੱਖ ਪੇਸ਼ ਕਰਦਾ ਹੈ, ਕਹਿੰਦਾ ਵੀ G20 ਦਾ ਐਲਾਨਨਾਮਾ ਜਿਹੜਾ ਵਾ ਸੰਤੁਲਿਤ ਹੈ ਜੀ। ਲੇਕਿਨ ਦੂਜੇ ਪਾਸੇ ਯੂਕਰੇਨ ਕਹਿੰਦਾ ਕਿ ਇਹ ਸੰਤੁਲਿਤ ਨਹੀਂ ਹੈ, ਇਹ ਪੱਖਪਾਤੀ ਹੈ। ਹਾਲਾਂਕਿ ਯੂਕਰੇਨ ਮਾਮਲੇ ਤੇ ਸਰਬਸੰਮਤੀ ਬਣਾਉਣ ਵਾਸਤੇ ਵੱਖ-ਵੱਖ ਦੇਸ਼ਾਂ ਵੱਖ-ਵੱਖ ਗਰੁੱਪਾਂ ਦੀਆਂ 200 ਤੋਂ ਵੱਧ ਮੀਟਿੰਗਾਂ ਹੋਈਆਂ ਨੇ। ਜੀ ਜੀ। ਇਹ ਜਿਹੜਾ ਸਭ ਤੋਂ ਵੱਡਾ ਸਵਾਲ ਆਉਂਦਾ ਵਾ ਜਿਸ ਵਾਸਤੇ ਜਿਸ ਮਕਸਦ ਲਈ ਇਕੱਠੇ ਹੋਏ ਆ ਜੀ, ਕਿਉਂਕਿ ਵੇਖੋ ਕਹਿਣ ਨੂੰ ਕੀਤਾ ਜਾ ਰਿਹਾ ਵੀ ਅਸੀਂ ਕੌਮਾਂਤਰੀ ਭਾਈਚਾਰਾ ਪੈਦਾ ਕਰਨਾ ਵਾ, ਕੌਮਾਂਤਰੀ ਸਾਂਝ ਪੈਦਾ ਕਰਨੀ ਆ, ਲੇਕਿਨ ਇਹਦਾ ਅਸਲ ਮਕਸਦ ਵਪਾਰ ਨੂੰ ਬੜੋਤਰੀ ਦੇਣੀ ਆ। ਬਿਲਕੁਲ। ਉਸ ਮਕਸਦ ਤੇ ਜੋ ਬਾਈਡਨ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਜੀ ਤੇ ਮੋਦੀ ਸਾਹਿਬ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਰੇਲਵੇ ਦੇ ਰਾਹੀਂ, ਸੜਕਾਂ ਦੇ ਰਾਹੀਂ ਸਾਡੇ ਦੇਸ਼ ਨੂੰ ਮੱਧ ਪੂਰਬ ਨੂੰ ਜੀ ਅੱਗੇ ਯੂਰਪ ਦੇ ਨਾਲ ਸੰਪਰਕ ਕੀਤਾ ਜਾਵੇ। ਜੀ। ਇਹਦਾ ਸਿੱਧਾ ਜਿਹਾ ਕੰਮ ਮਤਲਬ ਹੈ ਕਿ ਸਾਡੇ ਇਸ ਖਿੱਤੇ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ, ਜਿੱਥੇ ਪਾਪੂਲੇਸ਼ਨ ਵੀ ਜ਼ਿਆਦਾ ਵਾ, ਜਿੱਥੇ ਉਹ ਲੋਕ ਲੈ ਕੇ ਇੰਡਸਟਰੀਜ਼ ਲਾ ਕੇ ਮੁੜ ਕੇ ਮਾਲ ਨੂੰ ਅੱਗੇ ਸਪਲਾਈ ਕਰ ਸਕਦੇ ਸਸਤੀ ਕਾਸਟ ਆਫ ਪ੍ਰੋਡਕਸ਼ਨ ਨਾਲ, ਹਾਂਜੀ ਹਾਂਜੀ ਬਿਲਕੁਲ, ਉੱਥੋਂ ਮਾਲ ਲਿਜਾਣ ਦੀਆਂ ਤਿਆਰੀਆਂ ਨੇ। ਬੇਸ਼ੱਕ ਉਹ ਅਨਾਜ ਹੋਵੇ, ਬੇਸ਼ੱਕ ਉਹ ਇਲੈਕਟ੍ਰੋਨਿਕਸ ਹੋਣ ਜਾਂ ਕੋਈ ਮਸ਼ੀਨਰੀ ਹੋਵੇ, ਕਿਉਂਕਿ ਉੱਥੇ ਲੇਬਰ ਹੀ ਮਹਿੰਗੀ ਹੈ ਤੇ ਲੇਬਰ ਮਹਿੰਗੀ ਹੈ ਤਾਂ ਕਾਸਟ ਆਫ ਪ੍ਰੋਡਕਸ਼ਨ ਵੱਧ ਜਾਂਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੈਨੂੰ ਧਿਆਨ ਦੇ ਵਿੱਚ ਆ ਰਿਹਾ ਕਿ ਇਹਦੇ ਨਾਲ ਜਿਹੜਾ ਰਸਤਾ ਇੱਕ ਨਿਕਲਦਾ ਆ ਉਹ ਤਾਂ ਪੰਜਾਬ ਦੇ ਵਿੱਚੋਂ ਦੀ ਨਿਕਲ ਕੇ ਹੀ ਜਾਂਦਾ ਆ। ਉਹ ਵੀ ਜ਼ਰੂਰ ਦੱਸਿਓ ਕਿ ਕੀ ਪੰਜਾਬ ਨੂੰ ਵੀ ਕੋਈ ਲਾਭ ਜਿਹੜਾ ਹੋ ਸਕਦਾ। ਜੀ ਗਿੱਲ ਸਾਹਿਬ, ਆਪਨੇ ਸਵਾਲ ਬੜਾ ਵਧੀਆ ਕੀਤਾ ਵੀ ਸਾਡੇ ਇਸ ਖਿੱਤੇ ਨੂੰ ਯੂਰਪ ਨਾਲ ਜੋੜਨਾ ਹੈ ਜੀ, ਲੇਕਿਨ ਰਸਤੇ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ G20 ਦੇ ਮੈਂਬਰ ਹੀ ਨਹੀਂ ਹੈਗੇ। ਜੀ ਜੀ। ਜਦੋਂ ਉਹ ਮੈਂਬਰ ਨਹੀਂ ਹੈਗੇ ਤੇ ਉਹ ਉਹਨਾਂ ਦੇਸ਼ਾਂ ਦੇ ਵਿੱਚੋਂ ਦੀ ਕਿਸ ਤਰ੍ਹਾਂ ਲਿੰਕ ਜੋੜ ਲੈਣਗੇ? ਤੇ ਜੇ ਲਿੰਕ ਨਹੀਂ ਜੋੜਨਗੇ ਪਾਕਿਸਤਾਨ ਤੇ ਅਫਗਾਨਿਸਤਾਨ, ਸਾਡੇ ਤੇ ਵਪਾਰ ਦਾ ਰਸਤਾ ਹੀ ਉਹ ਆ। ਜੀ ਬਿਲਕੁਲ। ਪੁਰਾਤਨ ਸਮੇਂ ਤੋਂ ਦਰਾ ਖੈਬਰ ਹੀ ਸਾਡਾ ਰਸਤਾ ਬਣਿਆ ਰਿਹਾ ਵਾ। ਬਿਲਕੁਲ। ਅੱਜ ਪਾਕਿਸਤਾਨ ਦਾ ਹਿੱਸਾ ਬਣਿਆ ਰਿਹਾ ਜਿਹੜਾ ਪੁਰਾਣਾ ਪੁਰਾਤਨ ਖਾਲਸਾ ਰਾਜ ਸੀ। ਜੀ ਜੀ ਜੀ। ਤੇ ਲੇਕਿਨ ਅੱਜ ਜੇ ਉਹਦੇ ਵਿੱਚੋਂ ਦੀ ਰਸਤਾ ਲਿੰਕ ਨਹੀਂ ਹੋਣਾ ਤੇ ਪੰਜਾਬ ਨੂੰ ਲਾਭ ਕਿਸ ਤਰੀਕੇ ਨਾਲ ਹੋਣਾ? ਬਿਲਕੁਲ। ਹੁਣ ਵੀ ਕਿਉਂਕਿ ਜਾਂ ਤੇ ਇੱਥੇ ਡਰਾਈ ਪੋਰਟਸ ਦੀ ਗੱਲ ਕਰਨ, ਬਿਲਕੁਲ ਗੱਲ ਇਹਨਾਂ ਰੇਲਵੇ ਤੇ ਸੜਕੀ ਸੰਪਰਕ ਦੀ ਕੀਤੀ ਹੈ, ਜੀ ਜੀ, ਹਵਾਈ ਸੰਪਰਕ ਦੀ ਗੱਲ ਨਹੀਂ ਕੀਤੀ। ਪੰਜਾਬ, ਲੁਧਿਆਣਾ, ਬਾਕੀ ਜਿਹੜੇ ਵਿੱਚ ਅੰਮ੍ਰਿਤਸਰ, ਇਹਦੇ ਵਿੱਚ ਡਰਾਈ ਪੋਰਟਸ ਦੀ ਗੱਲ ਕਰਨ, ਹਵਾਈ ਸੰਪਰਕ ਦੀ ਗੱਲ ਕਰਨ, ਫਿਰ ਪੰਜਾਬ ਨੂੰ ਫਾਇਦਾ ਹੋ ਸਕਦਾ। ਬਿਲਕੁਲ। ਸੋ ਇਹ ਇੱਥੇ ਕਿ ਮੈਨੂੰ ਲੱਗਦਾ ਵੀ ਕਿਤੇ ਕਤਾਈ ਹੈ ਜਾਂ ਜਿਹੜੇ ਦੇਸ਼ ਦੇ ਹਾਕਮ ਉਹਨਾਂ ਦੇ ਮਨਾਂ 'ਚ ਕੋਈ ਥੋੜੀ ਦੁਬਿਧਾ ਵੀ ਹੈ। ਜੀ। ਪਾਕਿਸਤਾਨ ਜਦ ਨੂੰ ਮੈਂਬਰ ਬਣਾਉਣ ਦੀ ਜ਼ਰੂਰਤ ਆ, ਉੱਥੇ ਵਿਰੋਧ ਕਰਦੇ ਆ। ਅਫਗਾਨਿਸਤਾਨ ਨੂੰ ਮੈਂਬਰ ਬਣਾਉਣ ਦੀ ਜ਼ਰੂਰਤ ਆ, ਉੱਥੇ ਵਿਰੋਧ ਕਰਦੇ ਆ। ਹਿੰਦੁਸਤਾਨ ਦਾ ਵਪਾਰ ਸਭ ਤੋਂ ਜ਼ਿਆਦਾ ਤੇ ਚੱਲਣਾ ਹੀ ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਆ। ਜਿਹੜਾ ਥੋੜਾ ਮੋਟਾ ਸ਼ੁਰੂ ਕਰ ਲੈਂਦੇ ਆ ਫਿਰ ਬੰਦ ਕਰ ਲੈਂਦੇ ਆ। ਜਦੋਂ ਸ਼ੁਰੂ ਕਰਦੇ ਉਦੋਂ ਲੋਕਾਂ ਨੂੰ ਕੀਮਤਾਂ ਸਥਿਰ ਮਿਲਦੀਆਂ, ਜਦੋਂ ਬੰਦ ਕਰ ਲੈਂਦੇ ਉਦੋਂ ਜਾਂ ਕੀਮਤਾਂ ਬਹੁਤ ਉੱਪਰ ਵੱਧ ਜਾਂਦੀਆਂ, ਕੰਜ਼ਿਊਮਰ ਨੂੰ ਮਹਿੰਗੀ ਚੀਜ਼ ਮਿਲਦੀ ਆ ਤੇ ਜਾਂ ਬਿਲਕੁਲ ਥੱਲੇ ਜਾ ਡਿੱਗਦੀਆਂ। ਜੀ 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 ਬਿਲਕੁਲ। ਇਹਦੇ ਬਾਰੇ ਤੇ ਮੈਂ ਇੱਕ ਸ਼ੇਅਰ ਰਾਹੀਂ ਮਤਲਬ ਆਪ ਜੀ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਜੀ। ਬੜੀ ਮੁੱਦਤ ਤੋਂ ਬਾਅਦ ਬਲਿਆ ਇਹ ਦੀਵਾ ਹਨੇਰੇ ਅਜਾੜਾਂ ਵਿੱਚ, ਬੜੀ ਮੁੱਦਤ ਤੋਂ ਬਾਅਦ ਬਲਿਆ ਇਹ ਦੀਵਾ ਹਨੇਰੇ ਅਜਾੜਾਂ ਵਿੱਚ, ਵੇਖੋ ਤੇਜ਼ ਹਵਾਵਾਂ ਦੇ ਬੁੱਲੇ ਕਦੋਂ ਵਗਦੇ ਨੇ। ਜੀ ਬਿਲਕੁਲ, ਬਹੁਤ ਖੂਬ। ਸੋ ਬਿਲਕੁਲ ਡਾਕਟਰ ਸਾਹਿਬ, 에ਅਰ ਸਪੇਸ ਵੀ ਜਿਹੜੀ ਆ ਉਹ ਪਾਕਿਸਤਾਨ ਅਫਗਾਨਿਸਤਾਨ ਦੀ ਹੀ ਯੂਜ਼ ਕੀਤੀ ਜਾਂਦੀ ਹੈ। ਜਿਹੜੀ ਕੋਈ ਫਲਾਈਟ ਵੀ ਨਿਕਲ ਕੇ ਜਾਂਦੀ ਆ ਦਿੱਲੀ ਤੋਂ ਜੀ, ਤਾਂ ਇਸੇ ਰਸਤੇ ਹੀ ਜਿਹੜੇ ਆ ਉਹ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਵੀ ਪਹੁੰਚੇ ਆ। ਕਿਉਂਕਿ 에ਅਰ ਸਪੇਸ ਜਿਹੜੀ ਆ ਉਹ ਪਿੱਛੇ ਜੇ ਪਹਿਲਾਂ ਬੰਦ ਵੀ ਕਰ ਦਿੱਤੀ ਸੀ ਜਦੋਂ ਪਾਕਿਸਤਾਨ ਨੇ, ਤਾਂ ਜਹਾਜ਼ ਜਿਹੜੇ ਆ ਉਹ ਦੂਸਰੇ ਰਸਤੇ ਥਾਣੀ ਜਦੋਂ ਜਾਂਦੇ ਸੀ ਤੇ ਬਹੁਤ ਜ਼ਿਆਦਾ ਫਿਊਲ ਜਿਹੜਾ ਕਹਿੰਦੇ ਖਰਚ ਜਿਹੜਾ ਆ ਉਹ ਲੱਗਦਾ ਸੀਗਾ। ਸੋ ਇਸ ਕਰਕੇ ਇਹ ਜ਼ਰੂਰੀ ਹੈਗਾ ਆ ਕਿ ਇਹਨਾਂ ਨੂੰ ਵੀ ਜਿਹੜਾ ਆ ਵਿੱਚ ਸ਼ਾਮਿਲ ਕਰਕੇ ਤੇ ਇਸ ਤਰੀਕੇ ਨਾਲ ਵਪਾਰ ਜਿਹੜਾ ਆ ਉਹ ਖੁੱਲ੍ਹਣਾ ਚਾਹੀਦਾ ਹੈ। ਸੋ ਡਾਕਟਰ ਸਾਹਿਬ, ਅਗਲੀ ਗੱਲ ਕਰੀਏ ਨਸ਼ਿਆਂ ਤੇ ਗੈਂਗਸਟਰ, ਇਹਨਾਂ ਦੋਨਾਂ ਚੀਜ਼ਾਂ ਤੋਂ ਪੰਜਾਬ ਇਸ ਵੇਲੇ ਨੱਕ ਆਇਆ ਹੋਇਆ ਆ। ਤੇ ਗੱਲ ਕਰੀਏ ਕੰਟਰੋਲ ਦੀ, ਜਿਹੜੀ ਗੱਲ ਪੰਜਾਬ ਗੌਰਮੈਂਟ ਨੇ ਕੀਤੀ ਸੀ ਜਾਂ ਸੱਤਾ ਤੋਂ ਬਾਹਰ ਰਹਿੰਦਿਆਂ ਕਿਹਾ ਸੀਗਾ ਕਿ ਇਹ ਤੇ ਚੁਟਕੀਆਂ ਦਾ ਕੰਮ ਆ ਤੇ ਐਂ ਹੀ ਹੋ ਜਾਣਾ, ਤੇ ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਐਵੇਂ ਦਾ ਕੁਝ ਨਜ਼ਰ ਆ ਰਿਹਾ। ਨਸ਼ੇ ਵੀ ਉਵੇਂ ਚੱਲ ਰਹੇ ਆ, ਗੈਂਗਸਟਰ ਜੇ ਕੋਈ ਫੜਿਆ ਜਾਂਦਾ ਤਾਂ ਭੱਜ ਜਾਂਦਾ। ਕਿਵੇਂ ਦੇਖਦੇ ਹੋ? ਗਿੱਲ ਸਾਹਿਬ ਦੇਖੋ, ਇਹਦੀ ਮੂਲ ਜੜ ਤੱਕ ਜਾਣਾ ਪਊਗਾ ਜੀ। ਸਮਾਜ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ, ਬਦ ਲੋਕ ਵੀ ਹੁੰਦੇ ਆ ਜੀ। ਜਿਹੜੇ ਵਿਹਲੜ ਤੇ ਬਦ ਲੋਕ ਆ ਉਹਨਾਂ ਨੇ ਮਾੜੇ ਕੰਮ ਹੀ ਕਰਨੇ ਹੁੰਦੇ ਆ। ਬੇਸ਼ੱਕ ਉਹ ਚੋਰੀਆਂ ਕਰਨ, ਬੇਸ਼ੱਕ ਉਹ ਡਕੈਤੀਆਂ ਕਰਨ, ਜੇ ਛੇਤੀ ਅਮੀਰ ਹੋਣ ਦੀ ਲਾਲਸਾ ਫਿਰ ਸਮਗਲਿੰਗ ਕਰਨਗੇ ਜੀ।
ਸੋ ਲੋਕਾਂ ਨੇ ਸੌਖਾ ਰਾਹ ਚੁਣ ਲਿਆ ਕਿ ਕਿਸੇ ਦੀ ਚੋਰੀ ਕਰੋਗੇ ਪਤਾ ਨਹੀਂ 10 ਪੈਸੇ ਹੱਥ ਆਉਣੇ ਕਿ ਨਹੀਂ ਆਉਣੇ, ਤੇ ਗੈਂਗਸਟਰ ਬਣ ਕੇ ਸਿੱਧੀ ਫਰੌਤੀ ਲੈ ਲਓ, ਮੋਟੀ ਮਿਲ ਜਾਂਦੀ ਹੈ। ਬਿਲਕੁਲ। ਸੋ ਇਸ ਭਾਵਨਾ ਨੇ ਇਸ ਕ੍ਰਾਈਮ ਨੂੰ ਪੰਜਾਬ 'ਚ ਵਧਾਇਆ ਜੀ, ਲੇਕਿਨ ਇਹ ਸਿੱਧੇ ਤੌਰ 'ਤੇ ਨਹੀਂ ਵਧਿਆ। ਪੁਲਿਸ 'ਚ ਬਹੁਤ ਲੋਕ ਚੰਗੇ ਨੇ ਜੀ, ਲੇਕਿਨ ਜਿਹੜੇ ਮਾੜੇ ਨੇ ਉਹ ਅੱਤ ਦਰਜੇ ਦੇ ਮਾੜੇ ਨੇ ਜੀ। ਤੇ ਜਿੰਨੇ ਗੈਂਗਸਟਰ ਨੇ, ਨਸ਼ੇ ਵੇਚਣ ਵਾਲੇ ਆ, ਪੁਲਿਸ ਆ, ਤੇ ਉਹਨਾਂ ਦੀ ਸਿਆਸੀ ਪੁਸ਼ਤ ਅਪਣਾਈ, ਇਹ ਨੈਕਸਸ ਆ ਪੰਜਾਬ ਦਾ ਜੀ। ਜੀ, ਜਦ ਤੱਕ ਇਹ ਨਹੀਂ ਟੁੱਟਦਾ ਉਹਨਾਂ ਚਿਰ ਨਾ ਨਸ਼ੇ ਬੰਦ ਹੋਣੇ, ਨਾ ਗੈਂਗਸਟਰ ਬੰਦ ਹੋਣੇ, ਕਿਉਂਕਿ ਨਸ਼ਿਆਂ ਦੇ ਪੈਸੇ ਨਾਲ ਹੀ ਗੈਂਗਸਟਰ ਆਪਣੇ ਆਪ ਨੂੰ ਸਰਵਾਈਵ ਕਰ ਰਹੇ ਆ, ਤੇ ਪੁਲਿਸ ਜਿਹੜੀ ਆ ਉਹਨਾਂ ਦੀ ਪੁਸ਼ਤ ਅਪਣਾਈ ਕਰ ਰਹੀ ਆ। ਬਹੁਤ ਸਾਰੇ ਪੁਲਿਸ ਅਫਸਰ ਨੇ ਜਿਨ੍ਹਾਂ ਤੇ ਹਾਈ ਕੋਰਟ ਦੇ ਵਿੱਚੋਂ ਵੀ ਜਾ ਕੇ ਪਰਚੇ ਦਰਜ ਹੋਏ ਆ, ਸਾਰੀਆਂ ਇਨਕੁਆਇਰੀਆਂ ਤੋਂ ਬਾਅਦ ਵੀ ਹੋਏ, ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ। ਕਿਹੜਾ SHO ਹੈ ਜਿਹਨੂੰ ਇਹ ਨਹੀਂ ਪਤਾ ਮੇਰੇ ਹਲਕੇ ਦੇ ਵਿੱਚ ਕੌਣ ਕੌਣ ਨਸ਼ੇ ਵੇਚ ਰਿਹਾ, ਕੌਣ ਕੌਣ ਖਾ ਰਿਹਾ ਜੀ, ਤੇ ਕੌਣ ਕਿੱਥੋਂ ਕਿੱਥੋਂ ਉਹਨੂੰ ਪੁਸ਼ਤਪਨਾਈ ਮਿਲ ਰਹੀ ਆ ਜੀ, ਫੜਿਆ ਜਾਂਦਾ ਤੇ ਕੌਣ ਛਡਾਉਂਦਾ ਜੀ, ਇਹ ਸਾਰਾ ਕੁਝ ਤੇ ਉਹਨਾਂ ਨੂੰ ਪਤਾ। ਸਰਕਾਰ ਦਾ CID ਵਿੰਗ ਵੀ ਆ, ਇੰਟੈਲੀਜੈਂਸ ਵਿੰਗ ਵੀ ਆ, ਉਹਨਾਂ ਦੀ ਕਾਊਂਟਰ ਇੰਟੈਲੀਜੈਂਸੀ ਵੀ ਆ। ਹੁਣ ਕਦੀ ਤੇ ਉਹ ਕਹਿੰਦੇ ਕਾਊਂਟਰ ਇੰਟੈਲੀਜੈਂਸੀ ਨੇ ਪਹਿਲਾਂ ਹੀ ਦੱਸਤਾ ਫਲਾਣੇ ਮੋੜ ਤੇ ਬੰਦਾ ਲੈ ਕੇ ਆ ਰਿਹਾ, ਉਹਨੂੰ ਫੜ ਲਓ। ਬਿਲਕੁਲ। ਲੇਕਿਨ ਤੁਸੀਂ ਇਹਦੀ ਗੰਭੀਰਤਾ ਇਹ ਦੇਖੋ ਵੀ ਪਹਿਲਾਂ 2 ਕਿਲੋ ਕਦੇ ਹੈਰੋਇਨ ਫੜਨੀ ਤੇ ਐਡੀ ਵੱਡੀ ਸੁਰਖੀ ਲੱਗਦੀ ਸੀ ਅਖਬਾਰ 'ਚ, ਤੇ ਕੱਲ ਮੈਂ ਪੜ੍ਹ ਰਿਹਾ ਸੀ ਪੰਜਾਬੀ ਟ੍ਰਿਬਿਊਨ 'ਚ 15 ਕਿਲੋ ਹੈਰੋਇਨ ਫੜੀ ਗਈ ਆ ਤੇ ਇੱਕ ਸਿੰਗਲ ਕਾਲਮ ਦੀ ਖਬਰ ਲੱਗੀ ਹੈ। ਇਹਦਾ ਮਤਲਬ ਲੋਕਾਂ ਨੇ ਨਸ਼ੇ ਦੀ ਵਰਤੋਂ ਤੇ ਨਸ਼ੇ ਦੀ ਵੰਡ ਵਾਲੇ ਪਾਸੇ ਨੂੰ ਅਪਣਾ ਲਿਆ। ਇਹ ਤਾਂ ਰੂਟੀਨ ਦੀ ਗੱਲ ਹੋ ਗਈ, ਰੂਟੀਨ ਦੀ ਗੱਲ। ਜਿੱਥੋਂ ਤੱਕ ਤੁਸੀਂ ਆਪ ਜੀ ਨੇ ਗੱਲ ਕੀਤੀ ਆ ਵੀ ਇਹ ਵੱਧ ਕਿਉਂ ਰਿਹਾ ਜੀ, ਵੱਧ ਇਸ ਕਰਕੇ ਰਿਹਾ ਵੀ ਇਹਦੇ ਨਾਲ ਇਸ ਨੈਕਸਸ ਦੇ ਵਿੱਚ ਜੇਲ੍ਹਾਂ ਵੀ ਸ਼ਾਮਲ ਹੋ ਗਈਆਂ। ਜੇਲ੍ਹਾਂ ਦੇ ਵਿੱਚ ਵੀ ਨਸ਼ਿਆਂ ਦੀ ਸਪਲਾਈ ਚੱਲਣ ਲੱਗ ਪਈ। ਜਿਹੜਾ ਚੋਰ ਸੀ ਉਹ ਉੱਥੋਂ ਬੈਠ ਕੇ ਗੈਂਗਸਟਰ ਦੀ ਟ੍ਰੇਨਿੰਗ ਲੈ ਕੇ ਆ ਗਿਆ ਕਿ ਛੋਟਾ ਕੰਮ ਕਿਉਂ ਕਰਨਾ। ਜਿਹੜਾ ਗੈਂਗਸਟਰ ਸੀ ਉਹਨੇ ਸੋਚਿਆ ਵੀ ਇਕੱਲੇ ਬੰਦੇ ਹੀ ਕਿਉਂ ਮਾਰਨੇ, ਨਾਲ ਆ ਵੀ ਕੰਮ ਕਰ ਲਈਏ, ਨਸ਼ਾਖੋਰੀ ਦਾ ਵੀ। ਭ੍ਰਿਸ਼ਟਾਚਾਰ ਛੇਤੀ ਵੱਧ ਜਾਊਗਾ, ਪੈਸੇ ਛੇਤੀ ਬਣ ਜਾਣਗੇ। ਉਹ 'ਚ ਸੋਨੇ ਦੀ ਸਮਗਲਿੰਗ ਆ, ਉਹ 'ਚ ਨਸ਼ਿਆਂ ਦੀ ਸਮਗਲਿੰਗ ਆ, ਉਹ 'ਚ ਫਰੌਤੀਆਂ ਦਾ ਮਾਮਲਾ ਵਾ। ਸੋ ਇਹਦੇ 'ਚ ਮੈਂ ਤੁਹਾਨੂੰ ਮੋਟੇ ਜਿਹੇ ਤੱਥ ਦੱਸਾਂ ਇਸ ਵੇਲੇ ਵੀ ਸਾਡੀ ਪੰਜਾਬ ਦੀ ਸਥਿਤੀ ਕੀ ਆ। ਕਈ ਵਾਰੀ ਕਹਿੰਦੇ ਪੰਜਾਬ ਹੀ ਇਕੱਲਾ ਉੜਤਾ ਪੰਜਾਬ ਆ, ਇਕੱਲਾ ਪੰਜਾਬ ਨਹੀਂ। ਪੰਜਾਬ ਦੇ ਵਿੱਚ ਇਸ ਵੇਲੇ 32,157 ਬੰਦੇ ਜੇਲ੍ਹਾਂ 'ਚ ਬੰਦ ਆ ਜੀ, ਪਰ ਭਾਰਤ 'ਚ ਇਹਦਾ 5ਵਾਂ ਸਥਾਨ ਆ ਜੀ, ਟੌਪ ਤੇ ਨਹੀਂ ਹੈਗਾ ਇਹ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ 'ਚ 1,06,000 ਕੈਦੀ ਬੈਠੇ ਆ ਜੇਲ੍ਹਾਂ 'ਚ, ਜਿਨ੍ਹਾਂ ਦੇ ਕੇਸ ਵੀ ਚੱਲ ਰਿਹਾ ਤੇ ਸਜ਼ਾਵਾਂ ਵੀ ਹੋ ਚੁੱਕੀਆਂ। ਬਿਹਾਰ 'ਚ 55,916 ਵਾ ਜੀ, ਮੱਧ ਪ੍ਰਦੇਸ਼ 47,800 ਦੇ ਕਰੀਬ ਆ, ਮਹਾਰਾਸ਼ਟਰ 'ਚ 42,600 ਦੇ ਕਰੀਬ ਆ ਜੀ, ਹਰਿਆਣਾ 'ਚ ਤਕਰੀਬਨ 29,000 ਨੇ। ਲੇਕਿਨ ਇਹ ਸਾਰੇ ਇੱਕ ਡਾਟਾ ਦੇਣ ਦਾ ਮਤਲਬ ਇਹ ਆ ਵੀ ਕ੍ਰਾਈਮ ਸਾਰੀ ਜਗ੍ਹਾ ਤੇ ਆ, ਸਾਰਿਆਂ ਸੂਬਿਆਂ 'ਚ ਆ ਜੀ। ਲੇਕਿਨ ਪੰਜਾਬ ਦੇ ਵਿੱਚ ਜਿਹੜੀ ਨੈਕਸਸ ਨਾਲ ਉਹਨਾਂ ਨੂੰ ਸਹੂਲਤ ਮਿਲ ਰਹੀ ਹੈ, ਕੈਦੀਆਂ ਨੂੰ, ਬੰਦੀਆਂ ਨੂੰ, ਉਹਦਾ ਅਸਰ ਇਹ ਹੈ ਕਿ ਪੰਜਾਬ 'ਚ ਛੁੱਟੀ ਭੇਜਦੇ ਆ, ਪਰੋਲ ਤੇ ਭੇਜਦੇ ਆ ਲੋਕਾਂ ਨੂੰ, ਜਿਸ 'ਚੋਂ 221 ਲੋਕ ਜਾਂ ਦੋਸ਼ੀ ਵਾਪਸ ਨਹੀਂ ਪਹੁੰਚੇ ਜੀ। ਇਸੇ ਤਰ੍ਹਾਂ ਮਤਲਬ ਇਹਨਾਂ 'ਚ ਬੜੇ ਬੜੇ ਇੰਟਰਸਟਿੰਗ ਬੰਦੇ ਨੇ। ਇੱਕ ਦਾ ਨਾਂ ਜਗਤਾਰ ਭੂਤ ਆ, ਇੱਕ ਨੂੰ ਧਰਮਰਾਜ ਵੀ ਕਹਿੰਦੇ ਆ, ਜਿਨ੍ਹਾਂ ਨੇ ਆਪਣੇ ਨਾਮ ਵੀ ਇਹੋ ਜਿਹੇ ਰੱਖੇ ਹੋਏ ਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ 1347 ਬੰਦੇ ਵੇਖੋ, ਸਭ ਤੋਂ ਵੱਧ ਉੱਥੇ ਆ ਜਿਹੜੇ ਨਿਆਇਕ ਹਿਰਾਸਤ 'ਚੋਂ ਭੱਜ ਗਏ। ਰਾਜਸਥਾਨ 'ਚ 41 ਆ, ਦਿੱਲੀ 'ਚ 17 ਬੰਦੇ ਦੌੜੇ ਆ ਹਾਂਜੀ, ਆਂਧਰਾ 'ਚ 11 ਦੌੜੇ ਆ। ਤੇ ਵੱਡੀ ਖਤਰਨਾਕ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਫੜ ਕੇ ਜੇਲ੍ਹ 'ਚ ਦੇਣ ਦਾ ਦਾਅਵਾ ਕਰਦੇ ਆ ਉਹਨਾਂ ਨੂੰ ਅਦਾਲਤਾਂ 'ਚ ਭੁਗਤਾਉਣਾ ਪੁਲਿਸ ਦਾ ਕੰਮ ਹੁੰਦਾ, ਜੇਲ੍ਹ ਪ੍ਰਸ਼ਾਸਨ ਦਾ ਕੰਮ ਹੁੰਦਾ। ਉਹ ਜਿਹੜੇ ਪੇਸ਼ੀ ਅਧੀਨ ਬੰਦੇ ਸੀ 180 ਉਹ ਜਿਹੜੇ ਦੋਸ਼ੀ ਆ ਜਾਂ ਕਹਿ ਲਓ ਅਜੇ ਕਥਿਤ ਦੋਸ਼ੀ ਆ, ਉਹ ਨਿਆਇਕ ਹਿਰਾਸਤ 'ਚੋਂ ਭੱਜ ਜਾਂਦੇ ਤੇ ਅਜੇ ਤੱਕ ਲੱਭੇ ਨਹੀਂ ਇਹਨਾਂ ਨੂੰ ਜੀ। ਇਹਦਾ ਮਤਲਬ ਇਹ ਜਿਹੜੇ ਭੱਜੇ ਹੋਏ ਆ ਇਹ ਮੁੜ ਕੇ ਦੁਬਾਰਾ ਉਸ ਕੰਮ 'ਚ ਜਾ ਰਲਦੇ ਆ ਤੇ ਉਹਨੂੰ ਵਧਾਉਂਦੇ ਆ। ਜਦ ਤੱਕ ਇਹ ਨੈਕਸਸ ਨਹੀਂ ਟੁੱਟਦਾ ਉਹਨਾਂ ਚਿਰ ਪੰਜਾਬ ਦਾ ਮਾਹੌਲ ਠੀਕ ਨਹੀਂ ਹੋ ਸਕਦਾ। ਬੇਸ਼ੱਕ ਦਾਅਵੇ ਸਰਕਾਰ ਜੋ ਮਰਜ਼ੀ ਕਰੀ ਜਾਵੇ, ਨਸ਼ੇ ਨਾ ਫੜ ਲਏ ਆ, ਬੰਦੇ ਕਹਿੰਦੇ ਅਸੀਂ ਅੰਦਰ ਕਰਤੇ ਆ, ਅਸਲ ਕੀ ਆ ਉਹਦਾ ਜੀ। ਬਿਲਕੁਲ ਬਿਲਕੁਲ। ਸੋ ਬਿਲਕੁਲ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਇਹਦੇ ਵੱਲ ਧਿਆਨ ਜਿਹੜਾ ਆ ਉਹ ਦੇਣ ਦੀ ਜ਼ਰੂਰਤ ਹੈਗੀ ਆ। ਸੋ ਡਾਕਟਰ ਸਾਹਿਬ, ਕਰਤਾਰਪੁਰ ਸਾਹਿਬ ਦਾ ਜਦੋਂ ਲਾਂਘਾ ਖੁੱਲ੍ਹਿਆ ਤਾਂ ਬੜੀਆਂ ਆਸਾਂ ਜਿਹੜੀਆਂ ਆ ਉਹ ਜਾਗੀਆਂ ਵਿਦੇਸ਼ ਦੇ ਵਿੱਚ ਵੀ ਬੈਠੇ ਜਿਹੜੇ ਸਿੱਖ ਭਾਈਚਾਰਾ ਉਹਨਾਂ ਦੇ ਵਿੱਚ ਕਿ ਅਸੀਂ ਜਾਵਾਂਗੇ, ਦਰਸ਼ਨ ਕਰਕੇ ਆਵਾਂਗੇ। ਤੇ
ਉਸ ਤੋਂ ਬਾਅਦ ਦੇ ਵਿੱਚ ਕਰੋਨਾ ਆ ਗਿਆ, ਕਰੋਨਾ ਕਰਕੇ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਕੋਰੀਡੋਰ ਨੂੰ ਕੁਝ ਸਮੇਂ ਲਈ। ਪਰ ਉਸ ਤੋਂ ਬਾਅਦ ਦੇ ਵਿੱਚ ਵੀ ਜਿੰਨੀਆਂ ਕਿ ਸੰਗਤਾਂ ਉਧਰਲੇ ਪਾਸੇ ਗਈਆਂ, ਪਰ ਬਹੁਤਾ ਜ਼ਿਆਦਾ ਉਤਸ਼ਾਹ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਹਰੇਕ ਬੰਦਾ ਜਿਹਨੇ ਦੂਰੋਂ ਚੱਲ ਕੇ ਆਉਣਾ ਨੂੰ ਹੁੰਦਾ ਕਿ ਜਿਵੇਂ ਕਿਸੇ ਜਗ੍ਹਾ 'ਤੇ ਜਾਵਾਂ ਤਾਂ 2-4 ਦਿਨ ਰਹਿ ਕੇ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਆਵਾਂ। ਪਰ ਇੱਥੇ ਦਾ ਸਿਸਟਮ ਇਹ ਸੀਗਾ ਕਿ ਸਵੇਰੇ ਜਾ ਕੇ ਸ਼ਾਮ ਤੱਕ ਪਰਤਣਾ ਹੀ ਪੈਂਦਾ। ਪਰ ਹੁਣ ਇੱਕ ਜਿਹੜਾ ਗੱਲ ਸਾਹਮਣੇ ਆ ਰਹੀ ਹੈ ਕਿ ਕਰਤਾਰਪੁਰ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ ਰਾਤ ਰੁਕਣ ਦੀ ਸਹੂਲਤ ਦਾ ਪ੍ਰਬੰਧ ਜਿਹੜਾ ਆ ਉਹ ਕੀਤੇ ਜਾਣ ਦੀ ਗੱਲ ਚੱਲ ਰਹੀ ਆ। ਕਿਹਦੇ ਵੱਲੋਂ ਇਹ ਪ੍ਰਬੰਧ ਕੀਤੇ ਜਾਣ ਦੀ ਗੱਲ ਚੱਲ ਰਹੀ ਆ ਤੇ ਕੀ ਵਾਕਿਆ ਹੀ ਇਹ ਉੱਥੇ ਰਾਤ ਰੁਕਣ ਦੀ ਇਜਾਜ਼ਤ ਮਿਲ ਸਕੇਗੀ? ਗਿੱਲ ਸਾਹਿਬ, ਜਿਹੜਾ ਆਪ ਜੀ ਨੇ ਸਵਾਲ ਕੀਤਾ ਮੈਂ ਉਹਦੇ ਤਹਿ ਤੱਕ ਜਾਣਾ ਚਾਹੁੰਦਾ ਜੀ। ਤੁਸੀਂ ਸਵਾਲ ਕੀਤਾ ਕਿ ਬਹੁਤ ਥੋੜੇ ਲੋਕ ਅਜੇ ਜਾ ਰਹੇ ਆ ਜੀ। ਉਹਦਾ ਇੱਕ ਕਾਰਨ ਹੈ ਜੀ। ਕਿਸੇ ਵੀ ਥਾਂ ਤੇ ਜਾ ਕੇ ਤੁਸੀਂ ਆਪਣੀ ਧਾਰਮਿਕ ਆਸਥਾ ਪੂਰੀ ਕਰਨੀ, ਆਪਣੇ ਮਨ ਨੂੰ ਸ਼ਾਂਤ ਚਿੱਤ ਕਰਨਾ, ਇਕਾਗਰ ਚਿੱਤ ਕਰਨਾ, ਤੇ ਉਹਦੇ ਵਾਸਤੇ ਦਿਮਾਗ ਤੇ ਬੋਝ ਨਹੀਂ ਹੋਣਾ ਚਾਹੀਦਾ। ਜੀ ਜੀ ਜੀ। ਕੋਈ ਕਾਹਲੀ ਨਹੀਂ ਹੋਣੀ ਚਾਹੀਦੀ, ਕੋਈ ਪਾਬੰਦੀ ਨਹੀਂ ਮਨ 'ਚ ਹੋਣੀ ਚਾਹੀਦੀ। ਜੀ ਜੀ। ਦੂਸਰੀ ਗੱਲ, ਜੇ ਤੁਸੀਂ ਕਿਸੇ ਸਿਚੁਏਸ਼ਨ ਨੂੰ ਇੰਜੋਏ ਵੀ ਕਰਨਾ ਤਾਂ ਵੀ ਤੁਹਾਡੇ ਮਨ ਤੇ ਜੇ ਪਾਬੰਦੀ ਹੋਵੇ ਵੀ ਮੈਂ ਇੰਨੇ ਵਜੇ ਜਾਣਾ, ਇੰਨੇ ਵਜੇ ਆਉਣਾ, ਤੇ ਤੁਹਾਡਾ ਮਨ ਇਕਾਗਰ ਨਹੀਂ ਰਹਿੰਦਾ। ਹਾਂਜੀ। ਇਹ ਲੋਕਾਂ ਨੇ ਇਸ ਚੀਜ਼ ਦੀ ਘਾਟ ਮਹਿਸੂਸ ਕੀਤੀ ਵੀ ਜਾਈਦਾ, ਦਰਸ਼ਨ ਕਰ ਆਈਦੇ, ਮੱਥਾ ਟੇਕ ਆਈਦਾ, ਲੇਕਿਨ ਉਸ ਗੁਨਾਕ ਦੀ ਧਰਤੀ ਤੋਂ ਜੋ ਉਪਦੇਸ਼ ਲੈ ਕੇ ਆਉਣਾ ਹੈ, ਜਿਹੜੀ ਸ਼ਾਂਤੀ ਲੈ ਕੇ ਆਉਣੀ ਸੀ, ਉਹਦੇ ਲਈ ਤਾਂ ਸਮਾਂ ਨਹੀਂ ਮਿਲਿਆ। ਉੱਥੇ ਸਮਿਆਂ ਦੇ ਅਨੁਸਾਰ ਪਾਸਪੋਰਟ ਜਮ੍ਹਾਂ ਕਰਾਉਣੇ, ਲਾਈਨਾਂ 'ਚ ਲੱਗਣਾ, ਉਹ ਉੱਥੋਂ ਅੱਗੇ ਟੋਕਨ ਮਿਲਣੇ, ਆਇਡੈਂਟੀ ਕਾਰਡ ਮਿਲਣੇ, ਅਗਲੇ ਪਾਸੇ ਪਾਬੰਦੀ ਦੇ ਘੇਰੇ 'ਚ ਖਲੋਣਾ, ਇਹਦੋਂ ਅੱਗੇ ਪਿੱਛੇ ਨਹੀਂ ਜਾ ਸਕਦੇ। ਫਿਰ ਲੰਗਰ ਛਕਿਆ ਤੇ ਵਾਪਸੀ ਦਾ ਟਾਈਮ ਹੋ ਗਿਆ। ਜਿਹੜੀ ਇਕਾਗਰਤਾ ਸ਼ਾਂਤੀ ਦੀ ਗੱਲ ਗੁਰਬਾਣੀ ਕਹਿੰਦੀ ਹੈ, ਜਿਹੜੀ ਗੁਰਨਾਨਕ ਦਾ ਉਪਦੇਸ਼ ਸੀ, ਉਹ ਤਾਂ ਉੱਥੇ ਮਿਲਿਆ ਨਾ, ਪੂਰਾ ਨਾ ਹੋਇਆ। ਇਹ ਵੀ ਇੱਕ ਕਾਰਨ ਹੈ ਵੀ ਲੋਕ ਘੱਟ ਜਾ ਰਹੇ ਆ। ਹਾਂ, ਜਿਨ੍ਹਾਂ ਦੇ ਰਿਸ਼ਤੇਦਾਰ ਵਿਛੜੇ ਸੀ ਉਹਨਾਂ ਨੂੰ ਫਾਇਦਾ ਹੋ ਰਿਹਾ ਵੀ ਉੱਥੇ ਕਈ ਵਾਰ ਇਕੱਠੇ ਹੋ ਜਾਂਦੇ ਆ, ਉਹ ਮਿਲ ਪੈਂਦੇ ਆ। ਇਹ ਬੜਾ ਚੰਗਾ ਉਪਰਾਲਾ ਵਾ। ਜੇ ਰਾਤ ਰਹਿਣ ਦਾ ਬਣ ਜਾਵੇ ਤੇ ਪਾਸਪੋਰਟ ਦੀ ਪਾਬੰਦੀ ਤੇ ਨਾ ਲਾਈ ਹੋਈ ਆ, ਤੇ ਪਾਸਪੋਰਟ ਤੇ ਵੀਜ਼ਾ ਲਾ ਕੇ ਵੀ ਤੇ ਮਤਲਬ 4-4 5-5 ਦਿਨ ਲੋਕ ਰਹਿੰਦੇ ਨੇ ਉੱਥੇ ਜਾ ਕੇ। ਜਦੋਂ ਬਾਕੀ ਸਮਾਗਮਾਂ ਤੇ ਜਾਂਦੇ, ਨਨਕਾਣਾ ਸਾਹਿਬ ਜਾਂਦੇ ਆ, ਡੇਰਾ ਸਾਹਿਬ ਜਾਂਦੇ ਨੇ, ਪੰਜਾ ਸਾਹਿਬ ਜਾਂਦੇ ਨੇ, ਤੇ ਇਹਨਾਂ ਨੂੰ ਵੀ ਇਜਾਜ਼ਤ ਦੇ ਦੇਣੀ ਚਾਹੀਦੀ ਆ। ਇਹ ਸ਼ਰਤ ਤੇ ਤਾਂ ਹੀ ਲਾਉਣੀ ਚਾਹੀਦੀ ਸੀ ਜੇ ਸਿਰਫ ਸਿੰਪਲ ਆਈਡੀ ਕਾਰਡ ਤੇ ਕਿਸੇ ਨੂੰ ਭੇਜਣਾ ਹੋਵੇ ਵੀ ਦਿਨੇ ਦਿਨੇ ਵਾਪਸ ਆਉਣਾ, ਫਿਰ ਇਹ ਜਾਇਜ਼ ਸੀ। ਹੁਣ ਜਿੱਥੋਂ ਤੱਕ ਸਵਾਲ ਆਪ ਜੀ ਨੇ ਪੁੱਛਿਆ ਵੀ ਸ਼ੁਰੂ ਕਿਹਨੇ ਕੀਤੀ ਗੱਲ, ਕਰਤਾਰਪੁਰ ਕੋਰੀਡੋਰ ਜਦੋਂ ਬਣਿਆ, ਉੱਥੇ ਦਾ ਇੱਕ ਪ੍ਰੋਜੈਕਟ ਮੈਨੇਜਰ ਨੇ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਜੀ, ਉਹਨਾਂ ਨੇ ਫਰਵਰੀ ਦੇ ਵਿੱਚ ਮੀਟਿੰਗ ਕੀਤੀ ਸੀ, ਜਿਸ 'ਚ ਉੱਥੋਂ ਦਾ ਸਾਰਾ ਜਿਹੜਾ ਪ੍ਰਬੰਧਕੀ ਬੋਰਡ ਆ, ਸਾਰੇ ਮਹਿਕਮਿਆਂ ਦੇ ਆਲਾ ਅਫਸਰ ਇਹ 'ਚ ਸ਼ਾਮਲ ਹੋਏ ਸੀ, ਤੇ ਜਿਹਦੇ 'ਚ ਉਹਨਾਂ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ ਵੀ ਜੇ ਲੋਕ ਰਾਤ ਰਹਿਣ ਲਈ ਤਿਆਰ ਹੋਣ ਤੇ ਸਾਨੂੰ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ, ਕਿਉਂਕਿ ਸਰਾਵਾਂ ਉੱਥੇ ਬਣੀਆਂ ਨੇ, ਸਾਰਾ ਕੁਝ ਬਣਿਆ ਹੋਇਆ ਵਾ। ਸੋ ਉਹਨਾਂ ਨੇ ਉਸ ਫੈਸਲੇ ਨੂੰ ਅੱਗੇ ਤੋਰਦਿਆਂ ਹੁਣ ਇਹ ਬੱਕਰ ਸਾਹਿਬ ਨੇ ਤੇ ਕੁਰੈਸ਼ੀ ਸਾਹਿਬ, ਜਿਨ੍ਹਾਂ ਦਾ ਦੋਵੇਂ ਨਾਂ ਇੱਕੋ ਹੀ ਨੇ, ਇਹਨਾਂ ਨੇ ਪੰਜਾਬ ਪਾਕਿਸਤਾਨ ਸਰਕਾਰ ਨੂੰ ਅਪੀਲ ਭੇਜੀ ਆ, ਪ੍ਰੋਜੈਕਟ ਬਣਾ ਕੇ ਭੇਜਿਆ, ਪ੍ਰਪੋਜ਼ਲ ਭੇਜੀ ਆ ਵੀ ਸਰਕਾਰ ਜੇ ਇਜਾਜ਼ਤ ਦੇਵੇ ਤੇ ਅਸੀਂ ਜਿਹੜੇ ਆਉਣ ਵਾਲੇ ਸ਼ਰਧਾਲੂ ਉਹਨਾਂ ਨੂੰ ਰਾਤ ਰੱਖਣ ਲਈ ਤਿਆਰ ਹਾਂ। ਲੇਕਿਨ ਇਹਦਾ ਦੂਸਰਾ ਪੱਖ ਵੀ ਹੈ ਵੀ ਇਹ ਤਾਂ ਸਾਰੀ ਘਟਨਾ ਜਾਂ ਸਾਰਾ ਵਰਤਾਰਾ ਜੇ ਪਾਕਿਸਤਾਨ ਦੇ ਵਿੱਚ ਹੋ ਰਿਹਾ, ਇਸ ਨੇ ਫਿਰ ਹਿੰਦੁਸਤਾਨ ਸਰਕਾਰ ਕੋਲ ਆਉਣਾ ਕੀ ਇਹ ਆਪਣੇ ਸ਼ਰਧਾਲੂਆਂ ਨੂੰ ਉੱਥੇ ਰਾਤ ਰਹਿਣ ਦੀ ਇਜਾਜ਼ਤ ਦੇਣਗੇ? ਇਹ ਫਿਰ ਕੋਈ ਉਹੋ ਜਿਹੇ ਕਰਾਮਾਤ ਜਾਂ ਸਵਾਬੀ ਹੀ ਬਣਨਾ ਜਿਹੜਾ ਕਿਸੇ ਸਮੇਂ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਬਣਿਆ ਸੀ। ਕਿਉਂਕਿ ਕੁਦਰਤ ਵੀ ਅਰਦਾਸ ਨੂੰ ਸੁਣਦੀ ਆ, ਲੋਕ ਕਰ ਵੀ ਰਹੇ ਨੇ, ਤੇ ਉਹ ਅਰਦਾਸ ਦਾ ਕੋਈ ਸਬੱਬ ਵੀ ਬਣਨਾ ਹੁੰਦਾ। ਪ੍ਰਧਾਨ ਮੰਤਰੀ ਜੀ ਦੇ ਮਨ 'ਚ ਵੀ ਮਿਹਰ ਪੈਣੀ ਚਾਹੀਦੀ ਆ, ਉਧਰਲੇ ਦੀ ਪੈਣੀ ਚਾਹੀਦੀ ਆ, ਲੇਕਿਨ ਉੱਥੇ ਦੀ ਪੋਜੀਸ਼ਨ ਇਹ ਹੈ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਦੀ ਸਿਆਸੀ ਉਥਲ ਪੁਥਲ ਚੱਲ ਰਹੀ ਆ, ਇਹਨਾਂ ਹਾਲਾਤਾਂ ਦੇ ਵਿੱਚ ਇਹ ਗੱਲ ਕਰ ਲੈਣੀ ਕੋਈ ਸਿਖਾਵੀਂ ਵੀ ਨਹੀਂ, ਤੇ ਜੇ ਉਹਨਾਂ ਸਿਆਸੀ ਲਾਭ ਲੈਣਾ ਹੋਵੇ ਤਾਂ ਕੋਈ ਔਖਾ ਵੀ ਨਹੀਂ। ਬਿਲਕੁਲ। ਡਾਕਟਰ ਸਾਹਿਬ, ਅਗਲੀ ਗੱਲ ਕਰੀਏ, ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਹੋਈ ਆ, ਇੱਕ ਜਿਹੜਾ ਬੀਜੇਪੀ ਦੇ ਖਿਲਾਫ ਕਹਿ ਲਿਆ ਜਾਵੇ ਜਾਂ ਉਹਦੇ ਜਿਸ ਤਰ੍ਹਾਂ ਦੇ ਕੰਮ ਨਜ਼ਰ ਆਏ ਆ ਪਿਛਲੇ ਸਮੇਂ ਦੇ ਵਿੱਚ, ਉਸ ਨੂੰ ਲੈ ਕੇ ਇੱਕ ਗਰੁੱਪ ਜਿਹੜਾ ਤਿਆਰ ਹੋ ਰਿਹਾ ਵਾ, ਉਹਦੇ ਵਿੱਚ ਵੀ ਚੰਦਰਬਾਬੂ ਨਾਇਡੂ ਜਿਹੜੇ ਆ ਸ਼ਾਮਲ ਸੀਗੇ, ਪਰ ਉਹਨਾਂ ਦੀ ਗ੍ਰਿਫਤਾਰੀ ਇੱਕ ਘੁਟਾਲੇ ਦੇ ਵਿੱਚ ਹੋਈ ਆ। ਕਿਹਾ ਜਾ ਰਿਹਾ ਕਿ ਉਹਨਾਂ ਕੋਲ ਰਹਿਣ ਲਈ ਆਪਣਾ ਘਰ ਵੀ ਨਹੀਂ ਹੈਗਾ, ਪਰ ਫਿਰ ਵੀ ਇਸ ਤਰ੍ਹਾਂ ਦੀ ਗ੍ਰਿਫਤਾਰੀ ਜਿਹੜੀ ਹੋਣੀ ਹੈ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਗਿੱਲ ਸਾਹਿਬ, 2-4 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਆਪਣੇ ਪ੍ਰੋਗਰਾਮ 'ਚ ਮੈਂ ਗੱਲ ਛੇੜੀ ਸੀ
ਕਿ ਇਹ ਸਾਰੇ ਜਿਹੜੇ ਇੰਡੀਆ ਦੇ ਵਿੱਚ ਸ਼ਾਮਲ ਹੋਏ ਨੇ, ਇਹਨਾਂ 'ਚ ਕਾਂਗਰਸ ਪਾਰਟੀ ਨੂੰ ਛੱਡ ਕੇ ਬਹੁਤੇ ਖੇਤਰੀ ਪਾਰਟੀਆਂ ਦੇ ਮੁਖੀ ਨੇ ਜਾਂ ਖੇਤਰੀ ਪਾਰਟੀਆਂ ਭਾਈਵਾਲ ਨੇ ਜੀ। ਤੇ ਖੇਤਰੀ ਪਾਰਟੀਆਂ ਹੀ ਇਸ ਵੇਲੇ ਬੀਜੇਪੀ ਵਾਸਤੇ ਖਤਰਾ ਨੇ ਜੀ, ਕਾਂਗਰਸ ਉਹਨਾਂ ਵਾਸਤੇ ਖਤਰਾ ਨਹੀਂ। ਪਰ ਜੇ ਕਾਂਗਰਸ ਉਹਨਾਂ ਖੇਤਰੀ ਪਾਰਟੀਆਂ ਦੇ ਨਾਲ ਰਲਦੀ ਹੈ ਤਾਂ ਉਹਨਾਂ ਦਾ ਖਤਰਾ ਵੱਧ ਜਾਂਦਾ ਜੀ, ਜਿਸ ਨੂੰ ਉਹ ਭਲੀ ਭਾਂਤ ਮਹਿਸੂਸ ਕਰ ਰਹੇ ਆ। ਤੇ ਉਹਦੇ ਵਿੱਚ ਉਹਨਾਂ ਨੇ ਸੌਖੇ ਟਾਰਗੇਟ ਲੱਭਣੇ ਨੇ ਵੀ ਕਿਹਨਾਂ ਨੂੰ ਦਬਾ ਕੇ ਅਸੀਂ ਤੋੜ ਸਕਦੇ ਹਾਂ, ਕਿਹਨਾਂ ਨੂੰ ਖਰੀਦ ਕੇ ਤੋੜ ਸਕਦੇ ਹਾਂ, ਕਿਹਨਾਂ ਨੂੰ ਕਿਸ ਪਾਸੇ ਉਲਝਾ ਕੇ ਉਹਨਾਂ ਦੀ ਅਸੀਂ ਸ਼ਕਤੀ ਨੂੰ ਕਮਜ਼ੋਰ ਕਰ ਸਕਦੇ ਹਾਂ ਜੀ। ਸੋ ਇਹ ਯਤਨ ਉਹਨਾਂ ਦੇ ਚੱਲਦੇ ਰਹਿਣੇ। ਚੰਦਰ ਬਾਬੂ ਨਾਇਡੂ ਦਾ ਪ੍ਰਸ਼ਾਸਨ ਅਸੀਂ ਦੇਖਿਆ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਆਪਣੀ ਸਟੇਟ ਵਾਸਤੇ ਜੀ। ਤੇ ਹੁਣ ਵੀ ਜਿਹੜੀ ਗੱਲ ਕਰ ਰਹੇ ਆ ਜੀ, ਇਹ ਸਕਿੱਲ ਡਿਵੈਲਪਮੈਂਟ ਦਾ ਇੱਕ ਪ੍ਰੋਜੈਕਟ ਬਣਾਇਆ ਗਿਆ ਸੀਗਾ, ਕਿਉਂਕਿ ਇਹ ਪ੍ਰੋਜੈਕਟ ਬਣਾਉਣ ਵਾਲਿਆਂ 'ਚ ਉਦੋਂ ਮੋਹਰੀ ਸੀ ਸਾਰੇ ਹਿੰਦੁਸਤਾਨ 'ਚ ਜੀ ਜੀ ਜੀ। ਸਕਿੱਲ ਡਿਵੈਲਪਮੈਂਟ ਪ੍ਰੋਜੈਕਟ ਜਿਹੜਾ ਪਹਿਲਾਂ ਕਿਸੇ ਸੂਬਿਆਂ 'ਚ ਚੱਲਦਾ ਨਹੀਂ ਸੀ, ਲੋਕਾਂ ਨੂੰ ਤਿਆਰ ਕੀਤਾ ਜਾਵੇ ਕਿ ਉਹਨਾਂ ਨੇ ਕਿਹੜਾ ਕੰਮ ਕਰਨਾ, ਉਹਨੂੰ ਉਹਦੀ ਟ੍ਰੇਨਿੰਗ ਦਿੱਤੀ ਜਾਵੇ। ਤੇ ਇਸ ਵਾਸਤੇ ਉਹਨਾਂ ਉਦੋਂ 3100 ਕਰੋੜ ਰੁਪਏ ਦਾ ਪ੍ਰੋਜੈਕਟ ਰੱਖਿਆ ਸੀਗਾ ਤੇ ਉਹਨੂੰ ਨਾ ਸੰਪੂਰਨ ਕਰਤਾ, ਉਹ ਸੂਬੇ 'ਚ ਲਾਗੂ ਹੋ ਚੁੱਕਾ ਜੀ। ਤੇ ਹੁਣ ਇੱਕ ਗੱਲ ਕੱਢ ਲੈਂਦੀ ਗਈ ਹੈ ਵੀ ਇਹਦੇ ਵਿੱਚ 370 ਕਰੋੜ ਦਾ ਘਟਾਲਾ ਜੀ ਧੋਖਾ ਧੜੀ ਆ ਹਾਂਜੀ। ਤੇ ਇਹ ਤੇ ਮਤਲਬ ਇਹੋ ਜਿਹੀ ਗੱਲ ਲੱਗਦੀ ਆ ਵੀ ਜਿਸ ਤਰ੍ਹਾਂ ਜਾਣ ਬੁੱਝ ਕੇ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇੰਨੀ ਪੁਰਾਣੀ ਗੱਲ ਕੱਢੀ ਹੋਵੇ। ਨਹੀਂ ਤਾਂ ਮਤਲਬ ਕਿਉਂਕਿ ਹਾਲਿਆਂ ਕਿ ਵੇਖੋ ਜਿਹੜਾ ਕੰਮ ਕੀਤਾ ਗਿਆ ਵਾ ਇਹ ਸੈਂਟਰ ਸਰਕਾਰ ਨੇ ਨਹੀਂ ਕੀਤਾ ਜੀ, ਇਹ ਉਸੇ ਸੂਬੇ ਦੀ ਸੀਆਈਡੀ ਵਿਭਾਗ ਨੇ ਕੀਤਾ ਵਾ ਜੀ ਜੀ ਜੀ। ਲੇਕਿਨ ਸੀਆਈਡੀ ਵਿਭਾਗ ਨੇ ਕਿਸੇ ਉੱਪਰਲੇ ਇਸ਼ਾਰੇ ਤੇ ਕੀਤਾ ਵਾ, ਬਿਲਕੁਲ ਜਿਹੜੇ ਚੰਦਰ ਬਾਬੂ ਨਾਇਡੂ ਦੇ ਵਿਰੋਧੀ ਗਰੁੱਪ ਨੇ ਉਹਨਾਂ ਨਾਲ ਰਲ ਕੇ ਕੀਤਾ ਗਿਆ ਵਾ। ਸੋ ਇਹ ਮੈਂ ਨਹੀਂ ਸਮਝਦਾ ਕੋਈ ਵਧੀਆ ਇਹ ਵਰਤਾਰਾ ਹੈਗਾ। ਕੋਈ ਜੇ ਕੋਈ ਇਮਾਨਦਾਰ ਵਿਅਕਤੀ ਹੈ ਤਾਂ ਉਹਨੂੰ ਸਮਾਜ 'ਚ ਇਮਾਨਦਾਰੀ ਨਾਲ ਕੰਮ ਕਰਨ ਦੇਣਾ ਚਾਹੀਦਾ ਜੀ ਜੀ। ਤੇ ਜੇ ਗਲਤ ਸੀ ਤੇ ਉਹਦੀ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਸੀ। ਇੱਥੇ ਨਿੱਕੇ ਮੋਟੇ ਕੇਸ ਦੀ ਵੀ ਪਹਿਲਾਂ ਇਨਕੁਆਇਰੀ ਕਰਕੇ ਤੇ ਫਿਰ ਉਹਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਬਿਲਕੁਲ ਆ ਪੰਜਾਬ ਦੇ ਵਿੱਚ ਅਜੇ ਤੱਕ ਬੇਅਦਬੀਆਂ ਦੇ ਕਾਂਡ ਦੀਆਂ ਮਤਲਬ ਇਨਕੁਆਇਰੀਆਂ ਹੋ ਰਹੀਆਂ ਨੇ, ਸਿੱਟਾਂ ਬੈਠ ਰਹੀਆਂ ਨੇ। ਤੇ ਇੱਥੇ ਸਿੱਧੇ ਤੌਰ ਤੇ ਬੱਸ ਦੇ ਵਿੱਚ ਸੁੱਤੇ ਹੋਏ ਬੰਦੇ ਨੂੰ ਜੀ, ਜਿਹੜਾ ਬੱਸ 'ਚ ਹੀ ਰਾਤ ਆਰਾਮ ਕਰ ਰਿਹਾ ਸੀ, ਉਹਨੂੰ ਘੇਰਾ ਪਾ ਕੇ ਵੱਡੀ ਫੋਰਸ ਲੈ ਕੇ ਤੇ ਸਿੱਧਾ ਸੀਆਈਡੀ ਦਾ ਜਿਹੜਾ ਇੰਚਾਰਜ ਹੈ ਉਹ ਕਹਿੰਦਾ ਵੀ ਤੁਸੀਂ ਤੁਹਾਡੇ ਤੇ ਦੋਸ਼ ਨੇ, ਮੈਂ ਤੁਹਾਨੂੰ ਗ੍ਰਿਫਤਾਰ ਕਰਦਾ ਹਾਂ ਜੀ। ਤੇ ਇਹ ਵਰਤਾਰਾ ਜਿਹੜਾ ਵਾ ਇਹ ਲੱਗਦਾ ਵੀ ਕਿਸੇ ਦੇ ਇਸ਼ਾਰੇ ਤੇ ਹੋਇਆ ਜੀ ਜੀ। ਬਿਲਕੁਲ ਸਿਆਸਤ ਤੋਂ ਪ੍ਰੇਰਿਤ ਜਿਹੜੀ ਇਹ ਚੀਜ਼ ਹੈ ਲੱਗ ਰਹੀ ਹੈ, ਕਿਉਂਕਿ ਜਿਹੜੇ ਇੱਕ ਗਰੁੱਪ ਇਕੱਠਾ ਹੋ ਰਿਹਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਗੱਲ ਕਹਿ ਲਈ ਜਾਵੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਉਸ ਚੀਜ਼ ਦਾ ਅਸਰ ਪਾਉਣ ਦੀ ਗੱਲ ਕਹਿ ਲਈ ਜਾਵੇ, ਇਹਦੇ ਨਾਲ ਡਾਕਟਰ ਸਾਹਿਬ ਲੱਗਦਾ ਤੁਹਾਨੂੰ ਵੀ ਲੋਕਾਂ ਦੇ ਉੱਤੇ ਕੋਈ ਅਸਰ ਪਊਗਾ? ਦੇਖੋ ਗਿੱਲ ਸਾਹਿਬ, ਅਸਰ ਬੜਾ ਗੰਭੀਰ ਹੈ। ਇਹ ਤਜਰਬਾ ਹਿੰਦੁਸਤਾਨ 'ਚ ਪਹਿਲਾਂ ਹੋ ਚੁੱਕਾ ਲੋਕਾਂ ਨੂੰ ਦਬਾਉਣ ਵਾਲਾ ਜੀ। 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਐਮਰਜੈਂਸੀ ਲਾਤੀ ਸੀ ਹਾਂਜੀ। ਤੇ ਉਹਨਾਂ ਦਾ ਪੁੱਤਰ ਸੰਜੇ ਗਾਂਧੀ ਉਹ 'ਚ ਬੜਾ ਤਗੜਾ ਹੋ ਕੇ ਆਗੂ ਬਣਿਆ ਸੀ ਜੀ ਕਿ ਮੈਂ ਕਿਸੇ ਨੂੰ ਉੱਗਣ ਨਹੀਂ ਦੇਣਾ। ਤੇ ਜਿਹੜੇ ਲੀਡਰ ਵੀ ਸੀ ਉਹਨਾਂ ਦੇ ਮੁਕਾਬਲੇ 'ਚ ਵਾਕਿਆ ਹੀ ਓਡੇ ਉੱਚੇ ਨਹੀਂ ਸੀ, ਇੰਜ ਕਹਿ ਲਓ ਉਹਨਾਂ ਨਾਲੋਂ ਬੌਣੇ ਕੱਦ ਸੀ। ਜੇਲ੍ਹਾਂ ਦੇ ਵਿੱਚ ਜੈ ਪ੍ਰਕਾਸ਼ ਨਰਾਇਣ ਜੀ ਬੈਠੇ ਆ, ਚੌਧਰੀ ਚਰਨ ਸਿੰਘ ਕਿਸਾਨ ਨੇਤਾ ਸੀ, ਪੰਜਾਬ ਦੇ ਅਕਾਲੀ ਦਲ ਦੇ ਨੇਤਾ ਸੀ। ਲੇਕਿਨ ਜਦੋਂ ਵਿਦਰੋਹ ਉੱਠਣ ਲੱਗਾ ਲੋਕਾਂ ਦੇ ਮਨਾਂ ਦੇ ਬਲਦਾ ਸੀ, ਲੋਕਾਂ ਦੇ ਮਨਾਂ 'ਚ ਵਿਦਰੋਹ ਬਲ ਰਿਹਾ ਸੀ, ਪਰ ਉਹਨੂੰ ਚਿਣਕ ਕਿਹਨੇ ਲਾਈ? ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ। ਗੁਰੂ ਤੇਗ ਬਹਾਦਰ ਜੀ ਦੇ ਦਿਵਸ ਮਨਾਉਂਦਿਆਂ ਉਹਨਾਂ ਨੇ 44 ਤੋੜ ਕੇ ਸਾਰੇ ਦੇਸ਼ 'ਚ 44 ਲਾਈ ਸੀ, 5 ਬੰਦੇ ਕਿਤੇ ਇਕੱਠੇ ਨਹੀਂ ਸੀ ਹੋ ਸਕਦੇ। ਉਹਨਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਔਰ ਸਾਰੇ ਪੰਜਾਬ 'ਚ ਉਹਨਾਂ ਨੇ ਉਹਦਾ ਪ੍ਰਭਾਵ ਖਿਲਾਰਿਆ। ਜਿੱਥੋਂ ਬਾਕੀ ਦੇਸ਼ ਦੇ ਲੋਕਾਂ ਨੂੰ ਹੋਇਆ ਵੀ ਲਓ ਪੰਜਾਬੀਆਂ ਨੇ ਤਾਂ 44 ਤੋੜਦੀ ਹੈ, ਚਾਹੇ ਨਗਰ ਕੀਰਤਨ ਦੇ ਬਹਾਨੇ ਜਾਂ ਆਸੇ ਤੋੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਗਾੜੀ ਲਾ ਕੇ ਤੋੜੀ ਹੈ, ਉਹਨਾਂ ਦਾ ਸਰੂਪ ਅੱਗੇ ਲੈ ਕੇ ਅਗਵਾਈ ਲੈ ਕੇ ਤੋੜੀ ਹੈ, 5 ਪਿਆਰਿਆਂ ਦੀ ਅਗਵਾਈ 'ਚ ਤੋੜੀ ਹੈ। ਉਹਦਾ ਅਸਰ ਕੀ ਹੋਇਆ ਵੀ ਜੈ ਪ੍ਰਕਾਸ਼ ਨਰਾਇਣ ਜੀ ਦੀ ਅਗਵਾਈ ਹੇਠ ਹਿੰਦੁਸਤਾਨ ਦੇ ਜਿੰਨੇ ਲੋਕ ਸੀ ਜਿਨ੍ਹਾਂ ਨੂੰ ਨੱਪਿਆ ਗਿਆ ਸੀ ਉਹ ਇਕੱਠੇ ਹੋ ਗਏ। ਤੇ ਉਹਦਾ ਨਤੀਜਾ 1977 'ਚ ਆਇਆ ਵੀ ਇੰਦਰਾ ਗਾਂਧੀ ਸਾਰੀਆਂ ਸੀਟਾਂ ਤੋਂ ਖੁਦ ਵੀ ਹਾਰ ਗਈ ਤੇ ਉਹਦੀ ਪਾਰਟੀ ਵੀ ਹਾਰ ਗਈ ਬਹੁਤ ਬੁਰੀ ਤਰ੍ਹਾਂ, ਉਹਨੂੰ ਜੇਲ੍ਹ ਜਾਣਾ ਪੈ ਗਿਆ। ਹਿੰਦੁਸਤਾਨ ਦੇ ਲੋਕਾਂ ਦੀ ਖਾਸੀਅਤ ਹੈ ਇਹ ਗੱਲ ਮਨ 'ਚ ਰੱਖ ਕੇ ਦੱਬ ਕੇ ਬੈਠੇ ਰਹਿੰਦੇ ਆ, ਕੱਢਦੇ ਉਦਣ ਹੀ ਆ ਜਿੱਦਣ ਇਹ ਵੋਟ ਪਾਉਣ ਜਾਂਦੇ ਆ ਜੀ 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 ਜੀ। ਸੋ ਇਹਦਾ ਪ੍ਰਤੀਕਰਮ ਇਸ ਪਾਸੇ ਨੂੰ ਵੀ ਆ ਸਕਦਾ। ਡਾਕਟਰ ਸਾਹਿਬ, ਆਰਐਸਐਸ ਮੁਖੀ ਜਿਹੜੇ ਆ ਉਹ ਲੁਧਿਆਣੇ ਪਹੁੰਚਦੇ ਆ, ਬੜੀ ਗੁਪਤ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਦੇ ਦੌਰੇ ਨੂੰ ਰੱਖਿਆ ਜਾਂਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਜਾਂਦਾ। ਅਜਿਹਾ ਕੀ ਗੁਪਤ ਕਰਨ ਵਾਸਤੇ ਆਏ ਸੀ ਕਿ ਦੌਰੇ ਨੂੰ ਇੰਨਾ ਗੁਪਤ ਰੱਖਿਆ ਗਿਆ?
ਗਿੱਲ ਸਾਹਿਬ ਦੇਖੋ, ਜਿੱਥੋਂ ਤੱਕ ਭਾਰਗਵ ਸਾਹਿਬ ਦਾ ਸੰਬੰਧ ਹੈ, ਉਹਨਾਂ ਦਾ ਨਿਸ਼ਾਨਾ ਹਿੰਦੂਤਵ ਹੈ ਜੀ। ਹਿੰਦੂਤਵ ਦੀ ਪ੍ਰਾਪਤੀ ਜਾਂ ਹਿੰਦੂ ਰਾਜ ਦੀ, ਹਿੰਦੂ ਰਾਸ਼ਟਰ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੀ ਜੇ ਉਹਨਾਂ ਨਾਲ ਬਾਕੀ ਲੋਕ ਰਲ। ਜੀ। ਜਿਹੜੇ ਨਾ ਰਲਣ ਵਾਲੇ ਲੋਕ ਨੇ, ਉਹਨਾਂ 'ਚੋਂ ਮੁਸਲਮਾਨਾਂ ਨੂੰ ਉਹਨਾਂ ਦਬਾ ਲਿਆ ਸਿੱਧੇ ਤਰੀਕੇ ਨਾਲ। ਜੀ। ਇੱਕ ਕੌਮ ਰਹਿ ਗਈ ਜਿਹੜੀ ਸਿਰ ਚੁੱਕ ਕੇ ਤੁਰਦੀ ਹੈ, ਸਿੱਖ। ਜੀ। ਤੇ ਸਿੱਖ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਧੇ ਤੌਰ ਤੇ ਜੁੜੇ ਆ, ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਆ, ਜੀ, ਉਹ ਕਦੀ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਕੰਮ 'ਚ ਕੋਈ ਦਖਲਅੰਦਾਜ਼ੀ ਦੇਵੇ। ਬਿਲਕੁਲ। ਤੇ ਸਿੱਖਾਂ ਨੂੰ ਤੋੜਨ ਦਾ ਜ਼ਰੀਆ ਕੀ ਰਹਿ ਗਿਆ? ਜਿਹੜਾ ਅੰਗਰੇਜ਼ ਸਰਕਾਰ ਨੇ ਸ਼ੁਰੂ ਕੀਤਾ ਸੀ, ਵੀ ਉਹਨਾਂ ਨੇ ਬਾਬਾਵਾਦ ਸ਼ੁਰੂ ਕੀਤਾ, ਡੇਰਾਵਾਦ ਸ਼ੁਰੂ ਕੀਤਾ। ਜੀ। ਤੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਨਾਮਧਾਰੀ ਗੁਰੂ ਦਾ ਆਸਣ ਲਾਉਂਦੇ ਨੇ। ਬਿਲਕੁਲ। ਪਹਿਲਾਂ ਉਸ ਦੇਹਧਾਰੀ ਗੁਰੂ ਨੂੰ ਮੱਥਾ ਟੇਕਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ। ਜੀ 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 ਜੀ। ਸੋ ਇਹਨਾਂ ਵਾਸਤੇ ਇਹ ਸੌਖੇ ਟਾਰਗੇਟ ਨੇ ਵੀ ਜਿਹੜੀਆਂ ਇਹ ਸੰਸਥਾਵਾਂ ਚਲਾ ਰਹੇ ਨੇ, ਜੀ, ਜਿਹੜੇ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਨਹੀਂ, ਆਪਣਾ ਕੰਮ ਚਲਾ ਰਹੇ ਆ, ਉਹਨਾਂ ਨੂੰ ਜੇ ਨਾਲ ਜੋੜ ਲਿਆ ਜਾਵੇ ਤੇ ਲੋਕਾਂ 'ਚ ਪ੍ਰਭਾਵ ਦਿੱਤਾ ਜਾਵੇ ਵੀ ਸਿੱਖ ਵੀ ਸਾਡੇ ਨਾਲ ਨੇ, ਤੇ ਸ਼ਾਇਦ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਲੱਗ ਜਾਣ ਜਾਂ ਕੌਮ ਪਾਟੋ ਧੜ ਹੋ ਜਾਵੇ, ਤੇ ਦੋ ਹਿੱਸਿਆਂ 'ਚ ਜਦੋਂ ਹੋ ਜਾਊਗੀ ਤੇ ਇਹਨਾਂ ਦਾ ਬਲ ਵਧੇਗਾ ਤੇ ਇਹ ਪੰਜਾਬ 'ਚ ਵੀ ਰਾਜ ਕਰਨ ਦਾ ਸੁਪਨਾ ਜਿਹੜਾ ਲੈ ਰਹੇ ਆ। ਜਦੋਂ ਸਿੱਖਾਂ ਦਾ ਵਿਰੋਧ ਨਹੀਂ ਹੋਏਗਾ ਤੇ ਫਿਰ ਇਹਨਾਂ ਵਾਸਤੇ ਕੰਮ ਸੌਖਾ ਹੋ ਜਾਏਗਾ। ਇਸੇ ਕਰਕੇ ਵੇਖੋ ਉਹਨਾਂ ਨੇ ਬਿਆਨ ਦਿੱਤਾ, ਉਹ ਕਹਿ ਰਹੇ ਆ ਵੀ ਜਿਹੜੇ ਨਾਮਧਾਰੀ ਇਹਨਾਂ ਨੇ ਆਜ਼ਾਦੀ ਦਾ ਮੁੱਢ ਬੱਧਾ ਵਾ। ਨਾਮਧਾਰੀ ਸਿੱਖ ਉਸ ਸਮੇਂ ਕਿਸੇ ਹੋਰ ਸਿਚੁਏਸ਼ਨ 'ਚ ਵਿਚਰਦੇ ਸੀ। ਜੀ ਜੀ। ਬੇਸ਼ੱਕ ਉਹਨਾਂ ਦੀਆਂ ਕੁਰਬਾਨੀਆਂ ਵੀ ਬੇਤਹਾ ਨੇ, ਬਿਲਕੁਲ, ਔਰ ਬੜੀਆਂ ਤਗੜੀਆਂ ਕੁਰਬਾਨੀਆਂ ਨੇ, ਲੇਕਿਨ ਆਜ਼ਾਦੀ ਦਾ ਮੁੱਢ ਉਹਨਾਂ ਨੇ ਬੱਧਾ। ਆਜ਼ਾਦੀ ਦੇ ਦੇਵੇ 'ਚ ਤੇਲ ਬਹੁਤ ਵੱਡਾ ਪਾਇਆ ਉਹਨਾਂ ਨੇ, ਜਦੋਂ ਤੋਪਾਂ ਦੇ ਗਾੜੀ ਖਲੋਤੇ ਨੇ, ਜਦੋਂ ਫਾਂਸੀਆਂ ਤੇ ਚੜੇ ਨੇ, ਤੋਪਾਂ ਨਾਲ ਉਡਾਏ ਗਏ ਨੇ, ਮਤਲਬ ਮਲੇਰਕੋਟਲੇ ਦੇ ਕੋਲ। ਸੋ ਉਹਨਾਂ ਦਾ ਯੋਗਦਾਨ ਬੜਾ ਵੱਡਾ। ਪਰ ਉਹਨੂੰ ਜਿਸ ਭਾਸ਼ਾ ਨਾਲ ਵਰਤ ਕੇ ਭਾਗਵਤ ਸਾਹਿਬ ਨੇ ਸ਼ੁਰੂ ਕੀਤੀ ਹੈ ਗੱਲ, ਉਹ ਇੱਕ ਸਿੱਖਾਂ 'ਚ ਫੁੱਟ ਪਾਉਣ ਵਾਲੀ ਗੱਲ ਹੈ। ਜੀ 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 ਜੀ, ਬਿਲਕੁਲ। ਡਾਕਟਰ ਸਾਹਿਬ, ਅਗਲੀ ਗੱਲ ਕਰੀਏ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਿਆਸਤ ਇਸ ਵੇਲੇ ਪੰਜਾਬ ਦੀ ਨੂੰ ਕਿਵੇਂ ਦੇਖ ਰਹੇ ਹੋ? ਇਹ ਸਵਾਲ ਮੈਂ ਤੁਹਾਨੂੰ ਬਾਅਦ 'ਚ ਕਰਦਾ। ਇੱਕ ਸਵਾਲ ਮੇਰੇ ਹੋਰ ਨਜ਼ਰੀ ਪਿਆ ਆ ਕਿ ਅਜੇਪਾਲ ਸਿੰਘ ਬੰਗਾ, ਜਿਨ੍ਹਾਂ ਨੇ G20 ਦੇ ਵਿੱਚ ਵੀ ਜਿਹੜਾ ਆ ਉਹ ਪਹੁੰਚੇ ਤੇ ਇੱਥੇ ਉਹਨਾਂ ਨੇ ਮੁਲਾਕਾਤ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਵੀ ਕੀਤੀ, ਜਿਹਦੇ ਨਾਲ ਸਿੱਖਾਂ ਦਾ ਜਿਹੜਾ ਆ ਉਹ ਬੜਾ ਨਾਮ ਜਿਹੜਾ ਆ ਉਹ ਉੱਚਾ ਹੋਇਆ ਕਿ ਇਸ ਲੈਵਲ ਦੇ ਉੱਤੇ ਇੱਕ ਸਿੱਖ ਚਿਹਰਾ ਪਹੁੰਚਿਆ, ਜਿਹਦੇ ਉੱਤੇ ਹਮੇਸ਼ਾ ਹੀ ਜਿਹੜਾ ਆ ਉਹ ਸਿੱਖਾਂ ਨੂੰ ਮਾਣ ਜਿਹੜਾ ਆ ਉਹ ਹੈਗਾ ਆ। ਸੋ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੇ ਇਸ ਵੇਲੇ ਜਿਹੜੀ ਵਰਲਡ ਬੈਂਕ ਦੇ ਚੇਅਰਮੈਨ ਦੇ ਤੌਰ ਦੇ ਉੱਤੇ ਉਹ ਸੁਹਾਵਾਂ ਦੇ ਰਿਹਾ? ਗਿੱਲ ਸਾਹਿਬ, ਜਿੱਥੇ ਤੱਕ ਅਜੇਪਾਲ ਸਿੰਘ ਬੰਗਾ ਦਾ ਸੰਬੰਧ ਹੈ, ਜੀ, ਉਹਨਾਂ ਨੇ ਸਿੱਖਾਂ ਦਾ ਮਾਣ ਨਹੀਂ ਵਧਾਇਆ ਇਕੱਲਾ, ਜੀ, ਉਹਨਾਂ ਨੇ ਭਾਰਤ ਦਾ ਮਾਣ ਵਧਾਇਆ। ਜੀ ਬਿਲਕੁਲ। ਉਹਨਾਂ ਨੇ ਪੰਜਾਬ ਦਾ ਮਾਣ ਵਧਾਇਆ। ਜੀ। ਤੇ ਉਹਨਾਂ ਨੇ ਸਿੱਖਾਂ ਦਾ ਮਾਣ ਵਧਾਇਆ। ਜੀ ਜੀ। ਜਿਨ੍ਹਾਂ ਨੂੰ ਇਸ ਅੱਤਵਾਦੀ ਗਰਦਾਨ ਰਹੇ ਨੇ, ਜਰਾਇਮ ਪੇਸ਼ਾ ਗਰਦਾਨ ਰਹੇ ਨੇ, ਉਹ ਬੰਦੇ ਆਪਣੀ ਲਿਆਕਤ ਨਾਲ ਦੁਨੀਆ ਦੇ ਵਰਲਡ ਬੈਂਕ ਦੇ ਉੱਤੇ ਜਾ ਚੇਅਰਮੈਨ ਕਰ ਰਹੇ ਨੇ। ਜੀ ਜੀ ਜੀ। ਔਰ ਉਹ ਲਿਆਕਤ ਨਾਲ ਉਹਨਾਂ ਨੇ ਇਹ ਪੋਸਟ ਲਈ ਹੈ, ਕਿਸੇ ਸਿਫਾਰਿਸ਼ ਨਾਲ ਨਹੀਂ ਲਈ। ਬਿਲਕੁਲ ਬਿਲਕੁਲ। ਉਹ ਆਏ ਨੇ, ਪ੍ਰਧਾਨ ਮੰਤਰੀ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੀ। ਤੇ ਉਹਨਾਂ ਪ੍ਰਧਾਨ ਮੰਤਰੀ ਨਾਲ ਹੱਥ ਮਿਲਾਉਂਦਿਆਂ ਉਹਦਾ ਮੋਢਾ ਫੜ ਕੇ ਵੀ ਕਿਹਾ ਵਾ ਵੀ ਕੋਈ ਗੱਲ ਨਹੀਂ, ਚਿੰਤਾ ਨਾ ਕਰ, ਆਪਣੀ ਇੱਕ ਸਪੋਜੀਸ਼ਨ ਹੈ। ਜੀ 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 ਬਿਲਕੁਲ, ਵੀ ਚਿੰਤਾ ਨਾ ਕਰੋ, ਮੈਂ ਇੰਡੀਆ ਵਾਸਤੇ ਬਹੁਤ ਕੁਝ ਕਰਾਂਗਾ। ਜੀ ਜੀ ਜੀ। ਇਹ ਵਾਕਿਆ ਹੀ ਸਿੱਖ ਕੌਮ ਵਾਸਤੇ ਤੇ ਹਿੰਦੁਸਤਾਨ ਵਾਸਤੇ ਮਾਣ ਦੀ ਗੱਲ ਆ। ਜੀ। ਲੇਕਿਨ ਇਹ ਹੁਣ ਹਿੰਦੁਸਤਾਨ ਸਰਕਾਰ ਦੀ ਇਹ ਪੱਖ ਦੀ ਗੱਲ ਆ ਕਿ ਉਹਨਾਂ ਨੂੰ ਇਹ ਦੱਸ ਸਕਣ ਕਿ ਸਾਡੀਆਂ ਅਸਲ ਲੋੜਾਂ ਕੀ ਨੇ। ਜੀ। ਗਰੀਬੀ ਕਿੱਥੇ ਆ, ਹੜ੍ਹ ਮਾਰੀ ਕਿੱਥੇ ਆ, ਜੀ, ਕਿਸਾਨਾਂ ਦੀ ਪੋਜੀਸ਼ਨ ਕਿੰਨੀ ਆਰਥਿਕ ਮਾੜੀ ਆ, ਉਹਨੂੰ ਕੀ ਲੋੜ ਆ, ਕਿਸਾਨ ਕਿੰਨਾ ਕੁ ਕਰਜ਼ਾਈ ਆ, ਕਿੱਥੇ ਕਿੱਥੇ ਸਾਨੂੰ ਸ਼ਹਿਰਾਂ ਦੇ ਵਿੱਚ ਸਿਹਤ ਸਹੂਲਤਾਂ ਦੀ ਲੋੜ ਆ, ਸਫਾਈ ਦੀ ਲੋੜ ਆ, ਸੀਵਰੇਜ ਦੀ ਲੋੜ ਆ, ਕਿੱਥੇ ਗਰੀਬਾਂ ਵਾਸਤੇ ਘਰ ਬਣਾਉਣ ਦੀ ਲੋੜ ਆ। ਹੁਣ ਦਿੱਲੀ ਦੇ ਵਿੱਚ ਪਰਦੇ ਕਰ ਕਰਕੇ ਗਰੀਬਾਂ ਦੀਆਂ ਝੁੱਕੀਆਂ ਢੱਕਦੇ ਰਹੇ ਆ, ਤੇ ਜੇ ਉਹਨੂੰ ਸਹੀ ਤਰੀਕੇ ਨਾਲ ਦੱਸ ਦੇਣ ਵੀ ਇੰਨੇ ਕੁ ਘਰ ਬਣਾਉਣ ਦੀ ਲੋੜ ਹੈ ਤੇ ਵਰਲਡ ਬੈਂਕ ਤੋਂ ਉਹਦੇ ਵਾਸਤੇ ਮਦਦ ਆ ਸਕਦੀ ਆ। ਸੋ ਇਹ ਸਿੱਖਾਂ ਹਿੰਦੁਸਤਾਨ ਸਰਕਾਰ ਦੀ ਨੀਅਤ ਤੇ ਨਿਰਭਰ ਕਰਦਾ ਵੀ ਇਸ ਸਰਮੌਰ ਸਿੱਖ ਕੋਲੋਂ ਕਿੰਨਾ ਫਾਇਦਾ ਲੈਣਾ, ਤੇ ਜੇ ਲੈ ਲੈਣਗੇ ਹਿੰਦੁਸਤਾਨ 'ਚ ਗਰੀਬਾਂ ਨੂੰ ਘਰ ਮਿਲ ਜਾਣਗੇ, ਕਿਸਾਨਾਂ ਦੇ ਕਰਜ਼ੇ ਮੁਕਤ ਹੋ ਜਾਣਗੇ, ਜਿਹੜੇ ਹੜ੍ਹਾਂ ਨਾਲ ਬਰਬਾਦ ਹੋਏ ਆ ਉਹਨਾਂ ਦੇ ਆਬਾਦੀ ਦਾ ਮੁੜ ਆਬਾਦ ਹੋਣ ਦੇ ਚਾਂਸ ਬਣ ਜਾਣਗੇ। ਤੇ ਮੈਂ ਸਮਝਦਾ
ਕਿ ਸਿੱਖਾਂ ਦਾ ਮਾਣ ਹੋਰ ਵਧੇਗਾ। ਜੀ 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 ਬਿਲਕੁਲ ਹੈ। ਸੋ ਅਜੇਪਾਲ ਸਿੰਘ ਬੰਗਾ ਜਿਹੜੇ ਆ ਦੱਸਦੀ ਹੈ ਕਿ ਨਵਾਂ ਸ਼ਹਿਰ ਦੇ ਨਾਲ ਜਿਹੜਾ ਬੰਗਾ ਇਲਾਕਾ ਆ ਉੱਥੋਂ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਹੈਗੇ ਆ। ਸੋ ਇਸ ਵੇਲੇ ਇੱਕ ਉੱਚੇ ਅਹੁਦੇ ਦੇ ਉੱਤੇ ਸੇਵਾਵਾਂ ਜਿਹੜੀਆਂ ਆ ਉਹ ਨਿਭਾ ਰਹੇ ਆ। ਸੋ ਅਗਲੀ ਗੱਲ ਕਰੀਏ ਡਾਕਟਰ ਸਾਹਿਬ, ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ ਹੋ ਇਸ ਵੇਲੇ ਜੋ ਕੁਛ ਚੱਲ ਰਿਹਾ ਆ? ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਕਿ ਸਰਕਾਰ ਨਿਯੁਕਤੀ ਪੱਤਰ ਬੜੇ ਵੰਡ ਰਹੀ ਆ, ਪਰ ਇਹ ਕੰਮ ਸਰਕਾਰ ਦਾ ਨਹੀਂ ਹੈਗਾ। ਜਿਹੜੇ ਕੰਮ ਸਰਕਾਰ ਜਿੱਥੇ ਲੋਕੀ ਸਰਕਾਰ ਨੂੰ ਉਡੀਕ ਰਹੇ ਆ ਉੱਥੇ ਸਰਕਾਰ ਪਹੁੰਚ ਨਹੀਂ ਰਹੀ। ਕਹਿ ਲਿਆ ਜਾਵੇ ਕਿ ਹੜ੍ਹਾਂ ਤੋਂ ਜਿਹੜੇ ਪ੍ਰਭਾਵਿਤ ਲੋਕ ਨੇ ਜਿੱਥੇ ਉਡੀਕ ਕੀਤੀ ਜਾ ਰਹੀ ਹੈ ਉੱਥੇ ਆ ਨਹੀਂ ਰਹੇ, ਤੇ ਜਿੱਥੇ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ, ਜਿੱਥੇ ਆਟੋਮੈਟਿਕ ਚੀਜ਼ ਕਿਸੇ ਦੇ ਕੋਲ ਚਲੇ ਜਾਣੀ ਆ ਉੱਥੇ ਖੁਦ ਜਾ ਕੇ ਉਹ ਚੀਜ਼ ਫੜਾ ਰਹੇ ਆ। ਗਿੱਲ ਸਾਹਿਬ, ਬਿਲਕੁਲ ਤੁਸੀਂ ਵਧੀਆ ਤੇ ਦਰੁਸਤ ਸਵਾਲ ਕੀਤਾ। ਸਰਕਾਰਾਂ ਦਾ ਕੰਮ ਹੁੰਦਾ ਕੈਬਨਿਟ ਦੇ ਵਿੱਚ ਪੋਸਟਾਂ ਨੂੰ ਕ੍ਰੀਏਟ ਕਰਨਾ ਜੀ, ਉਹਨਾਂ ਨੂੰ ਭਰਨ ਦੀ ਮਨਜ਼ੂਰੀ ਦੇਣਾ ਜੀ, ਕਿਸ ਅਦਾਰੇ ਨੇ ਭਰਨੀਆਂ ਉਹਦੇ ਸਪੁਰਦ ਕਰਨਾ, ਉਸ ਅਦਾਰੇ ਨੇ ਉਹਦੇ ਇਮਤਿਹਾਨ ਲੈਣੇ ਜੀ, ਉਹਦੀਆਂ ਇੰਟਰਵਿਊਜ਼ ਲੈਣੀਆਂ, ਮੈਰਿਟ ਬਣਾਉਣੀ ਤੇ ਉਹਨਾਂ ਦੇ ਘਰੇ ਨਿਯੁਕਤੀ ਪੱਤਰ ਭੇਜਣੇ ਜੀ। ਹੁਣ ਅੱਜ ਕੱਲ੍ਹ ਤੇ ਚਿੱਠੀ ਪੱਤਰ ਦਾ ਮਸਲਾ ਮੁੱਕ ਗਿਆ, ਹੁਣ ਤੇ ਈਮੇਲ ਤੇ ਆ ਜਾਂਦਾ ਸਭ ਕੁਝ ਜੀ। ਜਦੋਂ ਆਨਲਾਈਨ ਫਾਰਮ ਭਰੇ ਜਾ ਸਕਦੇ ਤੇ ਆਨਲਾਈਨ ਰਿਜ਼ਲਟ ਵੀ ਆ ਸਕਦੇ ਆ। ਤੇ ਹੁਣ ਜੇ ਉਹਨਾਂ ਨੂੰ ਕਾਗਜ਼ ਫੜਾ ਕੇ ਫੋਟੋਆਂ ਖਿਚਾਵਾਂਗੇ ਇਹਦਾ ਮਤਲਬ ਤੁਸੀਂ ਉਸ ਕਨਸੈਪਟ ਦਾ ਹੀ ਨਿਰਾਦਰ ਕਰਤਾ ਜਿਹਦੇ ਰਾਹੀਂ ਉਹਨੇ ਐਪਲੀਕੇਸ਼ਨ ਭਰੀ ਸੀ। ਐਪਲੀਕੇਸ਼ਨ ਤੇ ਆਨਲਾਈਨ ਗਈ। ਬਿਲਕੁਲ। ਨਿਯੁਕਤੀ ਪੱਤਰ ਮੁੱਖ ਮੰਤਰੀ ਸਾਹਿਬ ਹੱਥੀਂ ਲੈ ਕੇ ਆ ਰਹੇ ਜਾਂ ਮੰਤਰੀ ਲੈ ਕੇ ਆ ਰਹੇ ਆ, ਇਹ ਮਹਿਜ਼ ਸਿਆਸੀ ਵਿਖਾਵਾ ਵਾ, ਇਹ ਤੋਂ ਗੁਰੇਜ਼ ਕਰਨਾ ਚਾਹੀਦਾ ਵਾ। ਜੇ ਮੰਨ ਲਓ ਵੀ ਹੁਣ ਇਸ ਵੇਲੇ 700 ਤੇ 570 ਦੇ ਕਰੀਬ ਜਿਹੜੇ ਸਬ ਇੰਸਪੈਕਟਰ ਭਰਤੀ ਕੀਤੇ ਆ ਤੇ ਉਹਨਾਂ ਸਭ ਨੂੰ ਪਤਾ ਵੀ ਸਾਨੂੰ ਭਰਤੀ ਕੀਤਾ, ਸਾਰੇ ਸਮਾਜ ਨੂੰ ਪਤਾ ਵੀ ਭਰਤੀ ਹੋ ਕੇ ਆ ਗਈ ਹੈ। ਆਂਗਨਵਾੜੀ ਵਰਕਰ ਨੇ ਪਿੰਡ ਲੱਗਣੇ ਨੇ, ਹਰ ਪਿੰਡ ਨੂੰ ਪਤਾ ਲੱਗ ਜਾਣਾ ਵੀ ਆ ਲੱਗ ਗਿਆ। ਮਾਸਟਰ ਆ ਜਿਹੜੇ ਸਕੂਲ 'ਚ 2 ਮਾਸਟਰ ਸੀ 5 ਹੋ ਗਏ ਆ ਤੇ ਉਹ ਪਿੰਡ ਦੇ ਬੱਚਿਆਂ ਨੇ ਆ ਕੇ ਘਰਾਂ 'ਚ ਦੱਸ ਦੇਣਾ ਵੀ ਸਾਡੇ 5 ਮਾਸਟਰ ਹੋ ਗਏ ਆ। ਇਹਦਾ ਕੋਈ ਵਿਖਾਵਾ ਕਰਨ ਦੀ ਲੋੜ ਨਹੀਂ, ਇਹ ਮਹਿਜ਼ ਪ੍ਰੋਪੇਗੈਂਡਾ। ਇਹ ਕਰਕੇ ਦੂਜੇ ਸੂਬਿਆਂ 'ਚ ਇਹਦਾ ਫਾਇਦਾ ਲਿਆ ਜਾ ਰਿਹਾ, ਕਿਉਂਕਿ ਉੱਥੇ ਵਾਲਿਆਂ ਨੂੰ ਇਹ ਪਤਾ ਨਹੀਂ ਲੱਗਦਾ ਜ਼ਬਾਨੀ ਖਬਰ ਦਾ, ਉਹਦੇ ਵਾਸਤੇ ਮੀਡੀਆ ਦੀ ਖਬਰ, ਉਹਦੇ ਵਾਸਤੇ ਇਸ਼ਤਿਹਾਰ ਦਾ ਰੂਪ, ਇਹ ਉੱਥੇ ਜ਼ਿਆਦਾ ਚੱਲਦਾ। ਇਹਦਾ ਬੈਨੀਫਿਟ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਆਪ ਜੀ ਨੇ ਗੱਲ ਕੀਤੀ ਹੈ ਕਿ ਸਰਕਾਰ ਤੇ ਦਫ਼ਤਰਾਂ 'ਚ ਬਹਿ ਕੇ ਚੱਲਦੀ ਹੈ, ਉੱਥੇ ਬਹਿ ਕੇ ਵਿਉਂਤਾਂ ਘੜਨ ਵੀ ਅਸੀਂ ਲੋਕਾਂ ਵੇਖੋ ਬਾਰਡਰ ਏਰੀਆ ਵਾ, ਇੱਥੇ ਕਿਹੜੀ ਇੰਡਸਟਰੀ ਲਾਈਏ ਤਾਂ ਕਿ ਲੋਕ ਰੁਜ਼ਗਾਰ ਤੇ ਲੱਗ ਜਾਣ, ਲੋਕ ਨਸ਼ਿਆਂ ਵੱਲੋਂ ਹਟ ਜਾਣ। ਜਿਹੜਾ ਵਿਹਲਾ ਬੰਦਾ ਵਾ ਉਹਦਾ ਬਾਰ-ਬਾਰ ਕਿਸੇ ਨਾ ਕਿਸੇ ਪੁੱਠੇ ਪਾਸੇ ਧਿਆਨ ਜਾਂਦਾ ਵਾ। ਹਾਂਜੀ, ਪੰਜਾਬੀ ਜੇ ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦੀ ਟੂਟੀ, ਹਾਂਜੀ, ਸ਼ੈਤਾਨ ਦਾ ਘਰ। ਤੇ ਜੇ ਲੋਕ ਪੰਜਾਬ ਸਰਕਾਰ ਹੋਣ ਵਾਲੀ ਜਿਹੜੀ ਅਸੀਂ ਇਹ ਸਮਝਦੇ ਹਾਂ ਵੀ 0 ਲੈਵਲ ਤੋਂ ਉੱਠੀ ਆ, ਗਰਾਊਂਡ ਤੋਂ ਉੱਠੀ ਆ, ਜ਼ਮੀਨ ਨਾਲ ਜੁੜੀ ਨੇ। ਭਗਵੰਤ ਮਾਨ ਜੀ ਦੇ ਜਿੰਨੇ ਪਿਛਲੇ ਪ੍ਰੋਗਰਾਮ ਆ ਸਰਕਾਰਾਂ ਦੇ ਚੋਟਾਂ ਕਰਦੇ, ਉੱਥੋਂ ਲੱਗਦਾ ਸੀ ਵੀ ਇਹ ਨਿੱਕੀ ਨਿੱਕੀ ਗੱਲ ਨੂੰ ਸਮਝਦੇ ਆ। ਪਰ ਇਹਨਾਂ ਦੇ ਆਪਣੇ ਹਲਕੇ ਦੇ ਵਿੱਚ ਧੂਰੀ ਸ਼ੂਗਰ ਮਿਲਿਆ, 3 ਕਰੋੜ ਰੁਪਈਆ ਸਰਕਾਰ ਨੇ ਦੇਣਾ ਉੱਥੇ। ਜਿਹੜਾ ਸਰਕਾਰੀ ਹਿੱਸਾ ਸੀ 50 ਰੁਪਏ ਕੁਇੰਟਲ ਦਾ, ਅਜੇ ਤੱਕ ਉਹ ਕਿਉਂ ਨਹੀਂ ਦਿੱਤਾ ਗਿਆ? 3 ਕਰੋੜ ਸਰਕਾਰ ਵਾਸਤੇ ਕੀ ਹੈ? 20 ਕਰੋੜ ਉਸ ਮਾਲਕ ਨੇ ਦੇਣਾ। ਚਲੋ ਮਾਲਕ ਵਾਲੀ ਕੋਈ ਮਜਬੂਰੀ ਹੋਊਗੀ, ਸਰਕਾਰ ਨੂੰ ਉਹ ਪ੍ਰੋਸੀਜਰ ਪੂਰਾ ਕਰਦਿਆਂ ਸਮਾਂ ਲੱਗੇਗਾ। ਜਿਹੜਾ ਇਹਨਾਂ ਦੇਣਾ ਇਹ ਕਿਉਂ ਨਹੀਂ ਦਿੰਦੇ? ਉੱਥੇ 300 ਟਰੈਕਟਰ ਇਕੱਠਾ ਹੋ ਕੇ ਧਰਨਾ ਮਾਰ ਕੇ ਬੈਠਾ ਵਾ, ਆਪਣੇ ਕਮੀਜ਼ਾਂ ਲਾ ਕੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਗਾੜੀ ਟੰਗ ਕੇ ਆ ਗਏ ਆ ਕਿ ਕਮੀਜ਼ਾਂ ਦੀ ਜੇਬ ਵੀ ਖਾਲੀ, ਅਸੀਂ ਕਮੀਜ਼ਾਂ ਕੀ ਕਰਨੀਆਂ। ਧਿਆਨ ਤੇ ਇਹਨਾਂ ਗੱਲਾਂ ਵੱਲ ਦੇਣ ਦੀ ਲੋੜ ਆ। ਜਿਹੜੇ ਪ੍ਰਾਈਵੇਟ ਅਦਾਰੇ ਲੋਕਾਂ ਦੀ ਪੇਮੈਂਟ ਨਹੀਂ ਦੇ ਰਹੇ ਉਹਨਾਂ ਦਾ ਸਕੰਜਾ ਕਿੰਜ ਕੱਸਣਾ। ਸਹਿਕਾਰੀ ਮਿੱਲਾਂ ਦੇ ਪੈਸੇ ਸਰਕਾਰ ਨੇ ਦੇ ਦਿੱਤੇ ਆ, ਲੇਕਿਨ ਪ੍ਰਾਈਵੇਟ ਮਿੱਲਾਂ ਦੇ ਖੜੇ ਆ, ਉਹ ਕਿਸ ਤਰ੍ਹਾਂ ਦਿਵਾਉਣੇ ਆ, ਉਧਰ ਧਿਆਨ ਦੇਣ। ਹੜ੍ਹ ਮਾਰੇ ਲੋਕਾਂ ਨੂੰ ਕਿਸ ਤਰ੍ਹਾਂ ਰੀਹੈਬਿਲਿਟੇਟ ਕਰਨਾ ਉਹਨਾਂ ਵੱਲ ਵੇਖਣ। ਆ ਘੜਾਮ ਏਰੀਏ ਦੇ ਵਿੱਚ ਹੁਣ ਅਸੀਂ ਗਏ ਵੀ ਆ, ਤੁਸੀਂ ਵੀ ਸ਼ਾਇਦ ਦੇਖ ਕੇ ਆਏ ਹੋ ਵੀ ਲੋਕਾਂ ਦੇ ਘਰਾਂ 'ਚ 3-3 ਫੁੱਟ ਰਿੱਬ ਚੜ ਗਈ ਆ, ਮਿੱਟੀ ਨਾਲ ਭਰ ਗਏ ਨੇ। ਟਰੈਕਟਰ ਵੀ ਉੱਥੇ ਖੜੇ ਖਲੋਤੇ ਨੱਪੇ ਗਏ ਨੇ, ਟਰਾਲੀਆਂ ਨੱਪੀਆਂ ਗਈਆਂ ਨੇ, ਸੰਦ ਨੱਪੇ ਗਏ ਨੇ। ਤੇ ਜੇ ਇੱਕ ਸਾਫ਼ ਜੀ ਗੱਲ ਲਈਏ ਵੀ ਉਹਨਾਂ ਟਰੈਕਟਰਾਂ ਨੂੰ, ਉਹਨਾਂ ਟਰਾਲੀਆਂ ਨੂੰ, ਉਹਨਾਂ ਸੰਦਾਂ ਨੂੰ, ਉਹਨਾਂ ਘਰਾਂ ਦੇ ਵਿੱਚੋਂ ਮਿੱਟੀ ਕੱਢਣੀ ਹੋਵੇ ਤੇ ਉਹਦੇ ਲਈ JCBਆਂ ਲਾਉਣੀਆਂ ਪੈਣੀਆਂ, ਉਹਦੇ ਲਈ ਲੇਬਰ ਲਾਉਣੀ ਪੈਣੀਆਂ, ਹਜ਼ਾਰਾਂ ਰੁਪਈਆਂ ਦਾ ਖਰਚਾ, ਲੱਖਾਂ ਰੁਪਈਆਂ ਦਾ ਖਰਚਾ ਲੋਕਾਂ ਦਾ ਇਸ ਗੱਲ ਤੇ ਹੋ ਜਾਣਾ ਕਿ ਉਸ ਜ਼ਮੀਨ ਨੂੰ ਮੁੜ ਵਾਹੀਯੋਗ ਕਿਸ ਤਰ੍ਹਾਂ ਬਣਾਉਣਾ। ਹਾਂਜੀ, ਬਿਲਕੁਲ। ਉਹਨਾਂ ਘਰਾਂ 'ਚ ਮੁੜ ਵਸੇਬਾ ਕਿਸ ਤਰ੍ਹਾਂ ਕਰਨਾ। ਘਰਾਂ ਦੇ ਮੀਟਰ ਸੜ ਗਏ ਨੇ ਬਿਜਲੀ ਦੇ ਪਾਣੀ ਨਾਲ, ਜਿਹੜਾ ਸਮਰਸੀਬਲ ਟਿਊਬਵੈੱਲ ਲਵਾਏ ਸੀ ਉਹ ਖਰਾਬ ਹੋ ਗਿਆ, ਨਲਕੇ ਖਰਾਬ ਹੋ ਗਏ ਆ। ਧਿਆਨ ਦੇ ਕੇ ਇਸ ਪਾਸੇ ਵੱਲ ਲੋਕਾਂ ਨੂੰ ਮੁੜ ਕੇ ਆਬਾਦ ਕਰਨ ਵੱਲ ਧਿਆਨ ਦੇਣਾ ਚਾਹੀਦਾ। ਉਹ ਨਾ ਹੋਵੇ ਵੀ ਜਿਹੜੇ ਚੰਗੀ ਭਲੀ ਰੋਟੀ ਖਾਂਦੇ ਸੀ ਉੱਜੜ ਗਏ ਤੇ ਉਹ ਵੀ ਪੁੱਠੇ ਪਾਸੇ ਪੈ ਜਾਣ।
ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਚੰਡੀਗੜ੍ਹ ਇਨਸਾਫ ਮੋਰਚਾ ਜਿਹੜਾ ਚੱਲ ਰਿਹਾ ਆ ਉਹਦੀ ਥੋੜ੍ਹੀ ਜਿਹੀ ਗੱਲ ਕਰ ਲਈ ਜਾਵੇ, ਕਿਉਂਕਿ ਚਰਚਾ ਬੜੀ ਘੱਟ ਹੁੰਦੀ ਹੈ ਅਤੇ ਬਾਹਰੋਂ ਫੋਨ ਵੀ ਆਉਂਦੇ ਰਹਿੰਦੇ ਆ ਕਿ ਇਸ ਚੀਜ਼ ਦੀ ਗੱਲ ਨਹੀਂ ਹੁੰਦੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਕੁਛ ਜਿਹੜਾ ਆ ਉਹ ਇਸ ਤਰ੍ਹਾਂ ਦਾ ਵਾਪਰਿਆ ਕਿ ਉੱਥੇ ਰਿਕਾਰਡਿੰਗ ਵਾਸਤੇ ਮੀਡੀਆ ਵੀ ਨਾਰਾਜ਼ ਹੋ ਗਿਆ ਸੀਗਾ। ਬਾਅਦ ਦੇ ਵਿੱਚ ਚਲੋ ਫਿਰ ਗੱਲ ਚੱਲੀ। ਕੀ ਲੱਗਦਾ ਤੁਹਾਨੂੰ ਕਿ ਅਗਲੀ ਜਿਹੜੀ ਇਲੈਕਸ਼ਨ ਹੁਣ ਆ ਰਹੀ ਆ ਉਸ ਨੂੰ ਹੀ ਮੁੱਖ ਰੱਖਦਿਆਂ ਜੇਕਰ ਕੁਝ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕੀਤੇ ਜਾਣ, ਜਿਨ੍ਹਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਨਾਮ ਜਿਹੜਾ ਹੈ ਉਹ ਪਹਿਲੇ ਨੰਬਰ 'ਤੇ ਹੈ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਦਿਮਾਗੀ ਤੌਰ ਦੇ ਉੱਤੇ ਵੀ ਉਹ ਠੀਕ ਨਹੀਂ ਹੈਗੇ, ਅਤੇ ਹੋਰ ਵੀ ਬਹੁਤ ਸਾਰੇ ਚਿਹਰੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਬਾਰ-ਬਾਰ ਪੈਰੋਲ 'ਤੇ ਤਾਂ ਆ ਰਹੇ ਪਰ ਪੱਕੀ ਰਿਹਾਈ ਉਹਨਾਂ ਨੂੰ ਜਿਹੜੀ ਆ ਉਹ ਨਹੀਂ ਮਿਲ ਰਹੀ। ਸੋ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਪਿੱਛੇ ਜੇ ਗੱਲਾਂ ਚੱਲੀਆਂ ਸੀਗੀਆਂ ਕਿ ਸ਼ਾਇਦ ਸਰਕਾਰ ਕੁਛ ਇਸ ਤਰ੍ਹਾਂ ਦਾ ਕਰੇਗੀ, ਕਿਉਂਕਿ ਵਾਅਦਾ ਬੜਾ ਪੁਰਾਣਾ ਕੀਤਾ ਹੋਇਆ ਆ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਜਦੋਂ ਕੋਰੀਡੋਰ ਜਿਹੜਾ ਆ ਉਹ ਖੋਲ੍ਹਿਆ ਗਿਆ ਸੀ, ਉਦੋਂ ਇਹ ਵੀ ਇੱਕ ਵਾਅਦਾ ਸੀਗਾ ਕਿ ਮੋਦੀ ਸਾਹਿਬ ਐਲਾਨ ਕਰਕੇ ਗਏ ਸੀ। ਐਲਾਨ ਕਰਕੇ ਗਏ ਸੀ। ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਦੱਸੀਆਂ ਸੀਗੀਆਂ ਕਿ ਆਹ ਕੰਮ ਸਿੱਖਾਂ ਲਈ ਕੀਤੇ ਜਾਣਗੇ, ਉਹਨਾਂ ਦੇ ਵਿੱਚ ਇਹ ਵੀ ਇੱਕ ਕੰਮ ਸੀਗਾ। ਗਿੱਲ ਸਾਹਿਬ ਦੇਖੋ, ਜੇ ਸਰਕਾਰਾਂ ਦੀ ਨੀਅਤ ਹੋਵੇ ਜੀ, ਜੇ ਬਿਲਕਿਸ ਬਾਨੋ ਕੇਸ ਦੇ ਵਿੱਚ ਗੁਜਰਾਤ 'ਚ ਜਿਹੜਾ ਐਡਾ ਘਿਨਾਉਣਾ ਕਾਂਡ ਸੀ ਤੇ ਕਤਲ ਤੇ ਬਲਾਤਕਾਰ ਦੇ ਕੇਸ ਸੀ ਜੀ, ਉਹਦੇ ਵਿੱਚ ਉਹਦੇ ਦੋਸ਼ੀਆਂ ਨੂੰ ਸਰਕਾਰ ਦੀ ਛੱਡਣ ਦੀ ਨੀਤ ਬਣ ਗਈ ਤੇ ਛੱਡੇ ਗਏ। ਤੇ ਜਿਹੜੇ ਇਹ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਹੈ, ਇਹਦੇ ਵਿੱਚੋਂ 2-3 ਸਿੰਘ ਛੱਡ ਕੇ ਬਾਕੀ ਤੇ ਹੈ ਹੀ ਪੰਜਾਬ ਸਰਕਾਰ ਦੇ ਘੇਰੇ 'ਚ ਜੀ। ਉਹਨਾਂ ਨੂੰ ਛੱਡਣ 'ਚ ਕੀ ਦਿੱਕਤ ਹੈ? ਉਹਨਾਂ ਨੂੰ ਅੱਜ ਪੈਰੋਲ ਦਿੱਤੀ ਜਾ ਰਹੀ, ਪੰਜਾਬ ਸਰਕਾਰ ਹੀ ਦੇ ਰਹੀ ਹੈ ਜੀ, ਜਿਹੜੀ ਕਾਂਗਰਸ ਸਰਕਾਰ ਵੇਲੇ ਸ਼ੁਰੂ ਹੋਈ ਸੀ। ਜੀ ਜੀ। ਜੇ ਉਹਨਾਂ ਨੂੰ ਛੱਡਣਾ ਹੋਵੇ ਕੋਈ ਦਿੱਕਤ ਨਹੀਂ ਹੈ, ਸਰਕਾਰ ਦੀ ਨੀਅਤ ਚਾਹੀਦੀ ਹੈ, ਇਹਦੇ ਤੇ ਸਿਆਸਤ ਹੋ ਰਹੀ ਹੈ ਜੀ। ਜਿੱਥੋਂ ਤੱਕ ਆਪ ਜੀ ਨੇ ਗੱਲ ਮੋਰਚੇ ਦੀ ਕੀਤੀ ਹੈ, ਮੋਰਚੇ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ 1-2 ਮਹੀਨਿਆਂ 'ਚ ਬੜਾ ਜਲਾਓ ਆ ਗਿਆ ਸੀ ਜੀ, ਫਿਰ ਉਹਦੇ ਵਿੱਚ ਡਾਊਨਫਾਲ ਆਈ। ਉਹਦਾ ਕਾਰਨ ਹੈ ਸਾਡੀ ਕੌਮ 'ਚ ਜੇ ਹੀਰੇ ਹੈਗੇ ਆ, ਕੁਰਬਾਨੀ ਕਰਨ ਵਾਲੇ ਹੈਗੇ ਆ, ਤੇ ਸਾਡੀ ਕੌਮ 'ਚ ਗਦਾਰੀਆਂ ਕਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ। ਬਿਲਕੁਲ। ਜਦੋਂ ਮਾਰਦੇ ਸਾਨੂੰ ਆਪਣੇ ਹੀ ਮਾਰਦੇ ਆ। ਇਹਦੇ ਵਿੱਚ ਵੀ ਕੁਝ ਬੰਦੇ ਵੜੇ ਸੀ ਜੀ, ਜਿਨ੍ਹਾਂ ਨੇ ਭੇਖ ਧਾਰ ਕੇ ਇਸ ਮੋਰਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜੀ, ਲੇਕਿਨ ਹੁਣ ਦੁਬਾਰਾ ਫਿਰ ਰੀਆਰਗਨਾਈਜ਼ ਹੋ ਕੇ ਉਹ ਮੋਰਚਾ ਲੱਗਾ ਜੀ। ਤੇ ਇਹ ਮੋਰਚਾ ਲੇਟ ਵੀ ਕਿਸੇ ਏਜੰਸੀਆਂ ਦੇ ਇਸ਼ਾਰੇ ਤੇ ਹੋ ਰਿਹਾ, ਵਿੱਚ ਬੰਦੇ ਉਹਨਾਂ ਦੇ ਬੈਠੇ ਆ ਜੀ, ਤੇ ਹੋ ਸਕਦਾ ਕੇਂਦਰ ਸਰਕਾਰ 24 ਦੀ ਇਲੈਕਸ਼ਨ ਦੇ ਨੇੜੇ ਤੇੜੇ ਇਹਦਾ ਫੈਸਲਾ ਲੈ ਕੇ ਇਹਦਾ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰੇ, ਕਿਉਂਕਿ ਪੰਜਾਬ ਦਾ ਸਿੱਖ ਸਮੁਦਾਇ ਜਿੰਨਾ ਚਿਰ ਬੀਜੇਪੀ ਨਾਲ ਨਹੀਂ ਜੁੜੇਗਾ ਉਹਨਾਂ ਚਿਰ ਬੀਜੇਪੀ ਪੰਜਾਬ ਦੇ ਵਿੱਚੋਂ ਸੀਟਾਂ ਨਹੀਂ ਜਿੱਤ ਸਕਦੀ। ਪਹਿਲਾਂ ਵੀ ਅਕਾਲੀ ਦਲ ਤੇ ਬੀਜੇਪੀ ਦਾ ਸੁਮੇਲ ਸੀ ਜੀ, ਸਿੱਖਾਂ ਦਾ ਉਹ ਸਿੱਖ ਸਮੁਦਾਇ ਦੀ ਉਹਨਾਂ ਨੂੰ ਸਪੋਰਟ ਸੀ ਤਾਂ ਜਿੱਤਦੇ ਰਹੇ ਆ, ਇਕੱਲੇ ਤੌਰ ਤੇ ਨਹੀਂ ਜਿੱਤ ਸਕਦੇ। ਹੁਣ ਵੀ ਲੜ ਕੇ ਵੇਖ ਲਿਆ, ਕਿਤੇ ਵੱਧ ਤੋਂ ਵੱਧ ਲੱਖ ਵੋਟ ਮਿਲ ਗਈ ਹੋਏਗੀ। ਤੇ ਇਹ ਸਾਰੀ ਕੋਸ਼ਿਸ਼ ਉਹਨਾਂ ਦੀ ਇਹ ਆ ਕਿ ਜੇ ਇਹਨਾਂ ਸਿੰਘਾਂ ਨੂੰ ਵੀ ਉਸ ਸਮੇਂ ਛੱਡਿਆ ਜਾਵੇ, ਅਮਰਤਪਾਲ ਸਿੰਘ ਉਹਨਾਂ ਦੀ ਰਿਹਾਈ ਵੀ ਉਸ ਸਮੇਂ ਹੋ ਸਕਦੀ, ਕਿਉਂਕਿ ਉਹਦਾ ਮੁੱਢ ਵੀ ਵੱਜ ਰਿਹਾ ਵੀ NSA ਤੋੜਨ ਦੇ ਫੈਸਲੇ ਜਿਹੜੇ ਉਹ ਕੇਂਦਰ ਸਰਕਾਰ 'ਚ ਹੋ ਰਹੇ ਆ। ਸੋ ਉਹਨਾਂ ਗੱਲਾਂ ਦਾ ਬੈਨੀਫਿਟ ਲੈਣ ਦੀ ਕੋਸ਼ਿਸ਼ ਹੋ ਰਹੀ ਆ, ਲੇਕਿਨ ਦੂਜੇ ਪਾਸੇ ਅਕਾਲੀ ਦਲ ਵੀ ਸਰਗਰਮ ਆ, ਕਿਉਂਕਿ ਜਿੱਦਣ ਸਿੱਖ ਸਮੁਦਾਇ ਕਿਸੇ ਹੋਰ ਨਾਲ ਜੁੜਦਾ ਤੇ ਉਦੋਂ ਉਹਨਾਂ ਨੂੰ ਘਾਟ ਪੈਂਦੀ ਹੈ। ਬਿਲਕੁਲ। ਹੁਣ ਕਾਂਗਰਸ ਸਰਕਾਰ ਦੇ ਵਿੱਚ ਬਹੁਤ ਸਾਰੇ ਸਿੱਖ ਚਿਹਰੇ ਨੇ ਪੰਜਾਬ ਦੇ, ਜਿੰਨੇ ਮੁੱਖ ਮੰਤਰੀ ਕਾਂਗਰਸ ਦੇ ਬਣੇ ਆ ਉਹਨਾਂ 'ਚ ਬਹੁਤੇ ਸਿੱਖ ਹੀ ਬਣੇ ਨੇ ਜੀ, ਲੇਕਿਨ ਉਹਨਾਂ ਨੂੰ ਉਹ ਸਿੱਖ ਕਹਿੰਦੇ ਨਹੀਂ ਸੀ। ਉਹ ਕਹਿੰਦੇ ਸਿੱਖ ਉਹੀ ਹੈ ਜਿਹਨੂੰ ਬਾਦਲ ਪ੍ਰਵਾਨਗੀ ਦਿੰਦਾ ਹੈ ਜਾਂ ਜਿਹਨੂੰ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਸਿੱਖ ਆ। ਹਾਂਜੀ, ਜਿਹੜਾ ਉਹਨਾਂ ਨੂੰ ਵੋਟ ਪਾਉਂਦਾ ਜਾਂ ਉਹਨਾਂ ਨਾਲ ਜੁੜਿਆ ਉਹ ਸਿੱਖ ਆ। ਦੂਜੇ ਬੇਸ਼ੱਕ ਅਕਾਲ ਤਖਤ ਤੋਂ ਅੰਮ੍ਰਿਤ ਛਕ ਕੇ ਆਏ ਹੋਏ ਨੇ, ਉਹਨਾਂ ਨੂੰ ਸਿੱਖ ਵੀ ਨਹੀਂ ਸੀ ਗਿਣਿਆ ਜਾਂਦਾ। ਸੋ ਇਹ ਜਿਹੜੀ ਘਾਟ ਹੈ ਇਹਨੂੰ ਪੂਰਾ ਕਰਨ 'ਚ ਬੀਜੇਪੀ ਲੱਗੀ ਹੋਈ ਹੈ ਵੀ ਸ਼ਾਇਦ ਕਾਮਯਾਬ ਹੋ ਜਾਵੇ, ਤੇ ਇਹ ਮੋਰਚੇ ਦਾ ਸਬੰਧ ਤੇ ਨਤੀਜਾ ਵੀ ਸਿਆਸਤ ਦੇ ਵਿੱਚੋਂ ਹੀ ਨਿਕਲਣਾ ਹੈ। 24 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਨਿਕਲ ਆਏਗਾ ਜੀ। ਜੀ ਡਾਕਟਰ ਸਾਹਿਬ, ਪੰਜਾਬ ਦੀ ਕਿਸਾਨੀ ਦੀ ਥੋੜੀ ਜਿਹੀ ਗੱਲ ਕਰ ਲਈ ਜਾਵੇ, ਕਿਉਂਕਿ ਤੁਸੀਂ ਖੇਤੀਬਾੜੀ ਮਾਹਿਰ ਹੋ। ਪੰਜਾਬ ਦੀ ਕਿਸਾਨੀ ਨੂੰ ਲੈ ਕੇ ਲਗਾਤਾਰ ਬੜੇ ਚਿਰ ਤੋਂ ਚਰਚਾ ਹੋ ਰਹੀ ਹੈ ਕਿ ਝੋਨੇ ਨੂੰ ਛੱਡ ਕੇ ਕੋਈ ਹੋਰ ਬਦਲਵੀਂ ਫਸਲ ਬੀਜੀ ਜਾਵੇ ਜਾਂ ਸਹਾਇਕ ਧੰਦੇ ਜਿਹੜੇ ਆ ਉਹ ਕਿਸਾਨ ਨਾਲ ਅਪਣਾਉਣ, ਜਿਹਦੇ ਨਾਲ ਉਹਨਾਂ ਦਾ ਜਿਹੜਾ ਰੁਜ਼ਗਾਰ ਵਧੇਗਾ ਤੇ ਨਾਲ ਜਿਹੜੇ ਖਰਚੇ ਉਹਨਾਂ ਦੇ ਨਿਕਲਦੇ ਰਹਿਣਗੇ ਸਾਈਡ ਬਾਈ ਸਾਈਡ, ਕਿਉਂਕਿ ਜਿਹੜੀ ਫਸਲ ਹੈ ਉਹਨੇ ਤਾਂ 6 ਮਹੀਨੇ ਦਾ 4 ਮਹੀਨੇ ਦਾ ਟਾਈਮ ਲਾ ਕੇ ਹੀ ਫਿਰ ਆਉਣਾ ਆ। ਸੋ ਇਸ ਵੇਲੇ ਦੀ ਗੱਲ ਕਰੀਏ ਤਾਂ ਸਰਕਾਰ, ਮੈਨੂੰ ਨਹੀਂ ਲੱਗ ਰਿਹਾ ਕਿ ਕਿਸੇ ਪਾਸੇ ਇਸ ਤਰ੍ਹਾਂ ਦਾ ਕੋਈ ਉਤਸ਼ਾਹ ਜਿਹੜਾ ਆ ਉਹ ਕਿਸਾਨਾਂ ਨੂੰ ਦੇ ਰਹੀ ਆ ਜਾਂ ਐਵੇਂ ਦੀ ਕੁਛ ਗੱਲ ਹੋ ਰਹੀ ਆ। ਅਤੇ ਦੂਸਰਾ, ਰਹਿੰਦੀ ਕਸਰ ਜਿਹੜੀ ਹੜ੍ਹਾਂ ਨੇ ਕਰ ਦਿੱਤੀ ਹੈ ਪੂਰੀ, ਕਿ ਕੁਛ ਏਰੀਆ ਜਿਹੜਾ ਆ ਉਹ ਬਿਲਕੁਲ ਹੀ, ਜਿੱਥੇ ਝੋਨਾ ਜਾਂ ਹੋਰ ਫਸਲਾਂ ਜਾਂ ਸਬਜ਼ੀਆਂ ਦੀ ਗੱਲ ਕਰ ਲਈ ਜਾਵੇ
ਤਾਂ ਇੱਥੋਂ ਤੱਕ ਕਿ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ। ਗਿੱਲ ਸਾਹਿਬ, ਜੇ ਤੁਸੀਂ ਚਾਹੋ ਤਾਂ ਮੈਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰਨੀ ਜੀ ਚਾਹਾਂਗਾ। ਆਪਣੇ ਕੋਲ 6 ਤੋਂ 7 ਮਿੰਟ ਹੈਗੇ ਆ, ਤੁਸੀਂ ਕਰ ਸਕਦੇ ਹੋ ਜੀ। ਪੰਜਾਬ ਬੇਸ਼ੱਕ ਰਕਬੇ ਪੱਖੋਂ ਛੋਟਾ ਜੀ, ਪਰ ਇਸ ਪੰਜਾਬ ਦੀ ਕਿਸਮ ਜ਼ਮੀਨ ਜਿਹੜੀ ਉਹ 6 ਕਿਸਮ ਦੀ ਹੈ, ਜੀ। ਵੱਖ-ਵੱਖ ਕਿਸਮਾਂ ਨੇ ਜੀ, ਪਠਾਨਕੋਟ ਵੱਲ ਹੋ ਰਿਹਾ, ਮਾਝੇ ਦੇ ਵਿੱਚ ਵੀ ਹੋ ਰਿਹਾ, ਤਰਨਤਾਰਨ ਵੱਲ ਹੋ ਰਿਹਾ, ਫਿਰੋਜ਼ਪੁਰ 'ਚ ਹੋ ਰਿਹਾ, ਫਾਜ਼ਿਲਕਾ 'ਚ ਹੋ ਰਿਹਾ, ਜਿਹੜਾ ਕਪੂਰਥਲੇ ਦਾ ਬੈਲਟ ਹੈਗੀ ਸ਼ਾਹਕੋਟ ਦੀ ਉੱਥੇ ਹੋ ਰਿਹਾ, ਜੀ, ਹੁਸ਼ਿਆਰਪੁਰ 'ਚ ਹੋ ਰਿਹਾ। ਜੀ। ਸੋ ਮੇਰਾ ਭਾਵ ਹੈ 6 ਕਿਸਮ ਦੀ ਜ਼ਮੀਨ ਹੈ ਤੇ 6 ਕਿਸਮ ਦਾ ਹੀ ਵਾਤਾਵਰਨ ਹੈ ਪੰਜਾਬ 'ਚ। ਹਾਂਜੀ, ਜੇ ਪਠਾਨਕੋਟ ਦਾ ਮੌਸਮ ਹੈ ਤਾਂ ਬਠਿੰਡੇ ਦਾ ਮੇਲ ਨਹੀਂ ਖਾਂਦਾ, ਬਿਲਕੁਲ ਠੀਕ ਹੈ, ਬਠਿੰਡੇ ਵਾਲਾ ਜਲੰਧਰ ਨਾਲ ਮੇਲ ਨਹੀਂ ਖਾਂਦਾ। ਹਾਂਜੀ। ਸੋ ਇਸ ਤਰ੍ਹਾਂ ਕਰਕੇ ਪੰਜਾਬ ਦੀ ਜਿਹੜੀ ਖੇਤੀ ਨੀਤੀ ਇਸ ਤਰੀਕੇ ਨਾਲ ਬਣਾਉਣ ਦੀ ਲੋੜ ਆ ਜੀ, ਕਿ 6 ਜ਼ੋਨ ਬਣਾ ਕੇ ਵੱਖੋ ਵੱਖਰੇ ਉਸ ਜ਼ਮੀਨ ਤੇ ਮੌਸਮ ਦੇ ਹਿਸਾਬ ਨਾਲ ਉੱਥੇ ਉਹ ਕਿਸਮਾਂ ਦੀ ਖੇਤੀ ਕਰਾਈ ਜਾਵੇ, ਉਹਨਾਂ ਫਸਲਾਂ ਦੀ ਖੇਤੀ ਕਰਾਈ ਜਾਵੇ। ਜਿਸ ਤਰ੍ਹਾਂ ਦਰਿਆਵਾਂ ਦੇ ਕੰਢੇ ਦਾ ਰਕਬਾ ਹੈ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਦਾ, ਹੁਸ਼ਿਆਰਪੁਰ, ਜਲੰਧਰ ਦਾ, ਇੱਥੇ ਗੰਨੇ ਦੀ ਖੇਤੀ ਕਾਮਯਾਬ ਹੈ। ਇੱਥੇ ਗੰਨੇ ਦੀ ਖੇਤੀ ਕਰਾ ਕੇ ਗੰਨੇ ਦੀ ਖੇਤੀ ਨਾਲ ਸੰਬੰਧਿਤ ਪ੍ਰੋਜੈਕਟ ਲਾਏ ਜਾਣ, ਖੰਡ ਮਿੱਲਾਂ ਦੇ, ਐਥਨੋਲ ਦੇ, CNG ਦੇ, ਬਿਜਲੀ ਪੈਦਾ ਕਰਨ ਦੇ, ਕੋਜਨਰੇਸ਼ਨ ਦੇ, ਫਾਰਮਾਸਿਊਟੀਕਲ ਸ਼ੂਗਰ ਦੇ। ਸੋ ਇਸ ਗੱਲ ਨੂੰ ਲੈ ਕੇ ਇਹ ਇੱਥੋਂ ਤੱਕ ਜਿਹੜੀ ਗੰਨੇ ਦੀ ਵਿਕਾਸ ਹੈ, ਇਹਦੇ ਤੋਂ ਆਪਣੇ ਖਾਣਾ ਖਾਣ ਵਾਲੀਆਂ ਪਲੇਟਾਂ ਕੌਲੀਆਂ ਤੱਕ ਬਣਦੀਆਂ ਨੇ। ਹਾਂਜੀ, ਹਾਂਜੀ, ਬਿਲਕੁਲ। ਸੋ ਇਹ ਪ੍ਰੋਜੈਕਟ ਲਾਏ ਜਾਣ, ਜਿੱਥੇ ਨਰਮੇ ਦੀ ਬੈਲਟ ਉੱਥੇ ਨਰਮੇ ਨਾਲ ਸੰਬੰਧਿਤ ਪ੍ਰੋਜੈਕਟ ਲਾਏ ਜਾਣ। ਜੀ, ਉੱਥੇ ਨਰਮਾ, ਕਿਉਂਕਿ ਲੇਬਰ ਮਹਿੰਗੀ ਆ, ਹੁਣ ਗੰਨਾ ਤੇ ਨਰਮਾ ਦੋਵੇਂ ਲੇਬਰ ਤੇ ਨਿਰਭਰ ਕਰਦੇ ਆ। ਜੀ, ਜੀ। ਕਿਉਂ ਨਹੀਂ ਇਹਨਾਂ ਦਾ ਸਮੁੱਚਾ ਮਸ਼ੀਨੀਕਰਨ ਕਰਨ ਵੱਲ ਸਰਕਾਰ ਧਿਆਨ ਦਿੰਦੀ? ਬੀਜਣ ਤੋਂ ਲੈ ਕੇ ਚਣਾਈ ਤੱਕ ਜੇ ਅਮਰੀਕਾ 'ਚ ਨਰਮੇ ਦੀ ਚਣਾਈ ਮਸ਼ੀਨਾਂ ਕਰ ਸਕਦੀਆਂ, ਪੰਜਾਬ 'ਚ ਕਿਉਂ ਨਹੀਂ ਕਰ ਸਕਦੀਆਂ? ਜੇ ਉੱਥੇ ਗੰਨੇ ਦੀ ਵਢਾਈ ਮਸ਼ੀਨਾਂ ਕਰ ਸਕਦੀਆਂ, ਪੰਜਾਬ 'ਚ ਕਿਉਂ ਨਹੀਂ ਕਰ ਸਕਦੀਆਂ? ਮਹਾਰਾਸ਼ਟਰ 'ਚ ਮਸ਼ੀਨਾਂ ਵਢਾਈ ਕਰ ਰਹੀਆਂ, ਪੰਜਾਬ 'ਚ ਨਹੀਂ ਕਰ ਰਹੀਆਂ। ਇਸੇ ਤਰ੍ਹਾਂ ਕਪੂਰਥਲੇ ਦੀ ਬੈਲਟ ਆ, ਉੱਥੇ ਆਲੂ ਆ, ਸਬਜ਼ੀ ਆ, ਮੱਕੀ ਆ, ਉਹਦੇ ਪ੍ਰੋਜੈਕਟ ਹੋਣੇ ਚਾਹੀਦੇ ਆ। ਸੋ ਇਹੋ ਜਿਹੀ ਲਾਈਨ ਤੇ ਸੋਚ ਕੇ ਬਠਿੰਡਾ ਸਾਈਡ ਆ, ਦਾਲਾਂ ਹੋ ਸਕਦੀਆਂ ਬਹੁਤ ਵਧੀਆ ਤਰੀਕੇ ਨਾਲ, ਨਰਮਾ ਹੋ ਸਕਦਾ ਜਿੱਥੇ ਨਰਮੇ ਵਾਲੀ ਬੈਲਟ ਕਰਨ, ਜਿੱਥੇ ਫਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਵਿੱਚ ਆਪਣੇ ਫਰੂਟ ਹੋ ਸਕਦੇ ਆ, ਫਲਦਾਰ ਫਸਲਾਂ ਹੁੰਦੀਆਂ, ਰੁੱਖ ਹੋ ਸਕਦੇ ਆ, ਉੱਥੇ ਉਹ ਪ੍ਰੋਜੈਕਟ ਹੋਣ। ਸੋ ਇਹੋ ਜਿਹੀ ਨੀਤੀ ਬਣਾਉਣਗੇ ਤੇ ਕਾਮਯਾਬ ਹੋਏਗਾ। ਨਹੀਂ ਤੇ ਬਿਜਲੀ ਮੁਫਤ ਦੇਤੀ ਹੈ ਜਿਸ ਟਿਊਬਲਾਂ ਵਾਸਤੇ, ਲੋਕ ਤੇ ਅੰਡਰਗਰਾਉਂਡ ਪਾਣੀ ਕੱਢਣਗੇ ਹੀ, ਤੇ ਫਿਰ ਇਹਨੇ ਰੇਗਿਸਤਾਨ ਬਣਨਾ ਹੀ ਆ। ਫਿਰ ਲੋਕ ਝੋਨਾ ਕਿਉਂ ਛੱਡਣਗੇ? ਜੀ, ਬਿਲਕੁਲ। ਹਾਂਜੀ, ਇਸ ਫਸਲੀ ਚੱਕਰ ਚੋਂ ਕੱਢਣ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਲੋਕਾਂ ਨੂੰ ਸਪੈਸੀਫਿਕ ਇੱਕ ਲਾਈਨ ਦਿੱਤੀ ਜਾਵੇ, ਸਪੈਸੀਫਿਕ ਏਰੀਆ ਦਿੱਤਾ ਜਾਵੇ। ਇਜ਼ਰਾਈਲ ਤੋਂ ਉਹਦੀ ਉਦਾਹਰਨ ਲੈ ਲੈਣ। ਇਜ਼ਰਾਈਲ ਵਾਲਿਆਂ ਨੇ ਆਪਣਾ ਏਰੀਆ ਸਪੈਸੀਫਿਕ ਖੇਤੀ ਕੀਤੀ ਹੈ, ਉੱਥੇ ਉਹਨਾਂ ਲੋਕਾਂ ਤੇ ਪਾਬੰਦੀ ਹੈ ਕਿ ਤੁਸੀਂ ਇਸ ਫਸਲ ਤੋਂ ਬਗੈਰ ਦੂਜੀ ਨਹੀਂ ਕਰ ਸਕਦੇ, ਲੇਕਿਨ ਨਾਲ ਗਰੰਟੀ ਹੈ ਵੀ ਜਿਹੜੀ ਪੈਦਾ ਕਰੋਗੇ ਉਹਨੂੰ ਸਰਕਾਰ ਚੁੱਕੇਗੀ, ਉਹ ਪ੍ਰੋਪਰ ਭਾਅ ਤੇ ਚੁੱਕੇਗੀ। ਗੱਲ ਤੇ ਨੀਤੀਆਂ 'ਚ ਫਰਕ ਆ। ਨਾ ਨੀਤਾਂ ਸਰਕਾਰ ਦੀਆਂ ਠੀਕ ਨੇ, ਨਾ ਨੀਤੀਆਂ ਠੀਕ ਨੇ। ਹੁਣ ਵੀ ਸਰਕਾਰ ਨੇ ਇੱਕ ਖੇਤੀ ਨੀਤੀ ਆਯੋਗ ਬਣਾਇਆ ਹੋਇਆ ਵਾ ਪੰਜਾਬ ਦਾ, ਜਿਹਦੀ 30 ਜੂਨ ਨੂੰ ਤੱਕ ਰਿਪੋਰਟ ਆਉਣੀ ਸੀ। ਉਹ 30 ਜੂਨ ਤੋਂ ਵੱਧ ਕੇ 31 ਜੁਲਾਈ ਹੋ ਗਈ, ਫਿਰ 31 ਅਗਸਤ ਹੋ ਗਈ, ਹੁਣ 30 ਸਤੰਬਰ ਹੋ ਗਈ, ਤੇ ਪਤਾ ਨਹੀਂ ਉਹ ਕਦੋਂ ਤੱਕ ਆਉਣੀ। ਉਹਨਾਂ ਦੇ 2 ਮੰਤਰੀ ਬਦਲ ਚੁੱਕੇ ਆ, ਤੇ ਜੇ ਉਹ ਸਮੇਂ ਸਿਰ ਆ ਜਾਵੇ, ਲੋਕਾਂ ਨੂੰ ਇੱਕ ਨਿਸ਼ਾਨਦੇਹੀ ਦੇ ਦੇਣ, ਤੁਸੀਂ ਆਹ ਕੰਮ ਕਰਨਾ ਵਾ, ਇਹਦੇ ਵਾਸਤੇ ਆਹ ਸਹੂਲਤਾਂ ਦੇਵਾਂਗੇ, ਉਹਦੇ ਲਈ ਲੋੜੀਂਦੇ ਸੰਦ ਦੇਵਾਂਗੇ। ਮੰਨ ਲਓ ਅਸੀਂ ਕਣਕ ਝੋਨੇ ਤੋਂ ਗੰਨੇ ਤੇ ਆਉਣਾ, ਤੇ ਸਾਨੂੰ ਉਹਦੇ ਵਾਸਤੇ ਉਹਦੇ ਲਈ ਵੱਖਰੀ ਮਸ਼ੀਨਰੀ ਚਾਹੀਦੀ ਹੈ, ਤੇ ਮਸ਼ੀਨਰੀ ਲੋਕੀ ਯਕਦਮ ਨਹੀਂ ਖਰੀਦ ਸਕਣਗੇ। ਉਹਦੇ ਲਈ ਕੋਈ ਨਾ ਕੋਈ ਸਰਕਾਰ ਨੂੰ ਉਹਦਾ ਸੁਵਿਧਾ ਬਣਾਉਣੀ ਪਏਗੀ, ਫਾਈਨੈਂਸ਼ੀਅਲ ਤੌਰ ਤੇ। ਕਿਸਾਨ ਮਤਲਬ ਇੰਪਲੀਮੈਂਟ ਬੈਂਕ ਬਣਾ ਲਓ, ਕਿਸਾਨ ਕਸਟਮ ਹਾਇਰਿੰਗ ਗਰੁੱਪ ਬਣਾ ਲਓ, ਜਾਂ ਕਿਸਾਨਾਂ ਦੇ ਨਿੱਕੇ ਨਿੱਕੇ ਛੋਟੇ ਛੋਟੇ ਕੋਆਪਰੇਟਿਵ ਸੁਸਾਇਟੀਆਂ ਨੇ ਪਿੰਡਾਂ ਦੇ, ਉਹਨਾਂ ਨੂੰ ਦੇ ਦਿਓ, ਜਿੱਥੋਂ ਛੋਟੇ ਕਿਸਾਨ ਵੀ ਲੈ ਕੇ ਵਰਤ ਸਕਣ। ਮਹਿੰਗੀ ਮਸ਼ੀਨਰੀ ਲੋਕੀ ਖਰੀਦ ਨਹੀਂ ਸਕਦੇ। ਸੋ ਇਹ ਸਾਰੀਆਂ ਯੋਜਨਾਵਾਂ ਸਰਕਾਰ ਨੂੰ ਬਣਾਉਣੀਆਂ ਪੈਣੀਆਂ, ਤੇ ਸਮੇਂ ਸਿਰ ਬਣਾ ਕੇ ਕੰਕਰੀਟ ਬਣਾ ਕੇ ਦੇਣ, ਤਾਂ ਲੋਕ ਮਗਰ ਲੱਗਣਗੇ। ਨਹੀਂ ਤੇ ਲੋਕਾਂ ਕਣਕ ਝੋਨਾ ਤੇ ਬੀਜੀ ਜਾਣਾ, ਕਣਕ ਝੋਨਾ ਬੀਜ ਕੇ ਜ਼ਹਿਰਾਂ ਵੀ ਪਾਈ ਜਾਣੀਆਂ, ਤੇ ਜ਼ਹਿਰਾਂ ਖਾਈ ਵੀ ਜਾਣੀਆਂ, ਤੇ ਬਿਮਾਰ ਹੋ ਕੇ ਹਸਪਤਾਲਾਂ 'ਚ ਪੈਸੇ ਵੀ ਲਾਈ ਜਾਣੇ। ਸਿਹਤ ਦਾ ਵੀ ਖਿਲਵਾੜ, ਵਾਤਾਵਰਨ ਦਾ ਵੀ ਖਿਲਵਾੜ, ਤੇ ਪੰਜਾਬ ਦੀ ਧਰਤੀ ਦਾ ਵੀ ਖਿਲਵਾੜ, ਤੇ ਪਾਣੀ ਦਾ ਵੀ ਖਿਲਵਾੜ। ਜੀ, ਬਿਲਕੁਲ ਬਿਲਕੁਲ। ਇਸੇ ਤਰੀਕੇ ਦੇ ਨਾਲ ਹੀ ਇਹ ਕੰਮ ਜਿਹੜਾ ਆ ਉਹ ਚੱਲ ਰਿਹਾ ਆ, ਤੇ ਚਾਹੀਦਾ ਹੈ ਕਿ ਹੁਣ ਜਿਹੜਾ ਆ ਉਹ ਕਿਸਾਨੀ ਵੱਲ ਧਿਆਨ ਜਿਹੜਾ ਆ ਉਹ ਖਾਸ ਤੌਰ 'ਤੇ ਦਿੱਤਾ ਜਾਵੇ। ਖਾਸ ਤੌਰ ਦੇ ਉੱਤੇ ਗੱਲ ਜਿਹੜੀ ਡਾਕਟਰ ਸਾਹਿਬ, ਇੱਕ ਜਿਹੜੀਆਂ ਜ਼ਹਿਰਾਂ ਇੰਨੀਆਂ ਪਾਈਆਂ ਜਾ ਰਹੀਆਂ ਨੇ, ਅਸੀਂ ਇੱਥੋਂ ਤੱਕ ਕਿ ਇੱਕ ਉਹਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਆਪਣੇ ਬੱਚਿਆਂ ਤੱਕ ਦਾ ਲਿਹਾਜ਼ ਨਹੀਂ ਕਰ ਰਹੇ। ਜੀ, ਮਤਲਬ ਬੇਇਤਿਹਾਸ਼ੀਆਂ ਜ਼ਹਿਰਾਂ ਪਾ ਕੇ ਤੇ ਉਹੀ ਚੀਜ਼ ਆਪਣੇ ਬੱਚਿਆਂ ਨੂੰ ਖਵਾ ਰਹੇ ਆ, ਆਪਣੇ ਆਪ ਨੂੰ ਖਵਾ ਰਹੇ ਆ।
ਜੀ ਮਤਲਬ ਇਹਦੋਂ ਵੱਡੀ ਆਤਮਘਾਤੀ ਸੋਚ ਕੀ ਹੋ ਸਕਦੀ ਹੈ। ਬਿਲਕੁਲ ਤੇ ਲੋਕ ਕਿਸਾਨਾਂ ਨੂੰ ਚਾਹੀਦਾ ਹੈ ਵੀ ਨਿਰਾ ਚਲੋ ਮੈਂ ਕਹਿੰਦਾ ਨਿੱਜ ਤੋਂ ਸ਼ੁਰੂ ਕਰ ਲਈਏ। ਜੀ ਜੇ ਸਾਡੇ ਕੋਲ 10 ਕਿੱਲੇ ਪੈਲੀ ਹੈ ਤੇ 10 ਕਿੱਲੇ ਚੋਂ 9 ਕਿੱਲੇ ਅਸੀਂ ਜ਼ਹਿਰਾਂ ਵਾਲੀ ਖੇਤੀ ਕਰਨੀ ਆ, ਹਾਂਜੀ ਅਸੀਂ ਜ਼ਰੂਰ ਟਰਾਲੀਆਂ ਭਰ ਭਰ ਅਨਾਜ ਕੱਢਣਾ, ਪੈਸੇ ਕਮਾਉਣੇ ਆ, ਤੇ 1 ਕਿੱਲਾ ਆਪਣੇ ਖਾਣ ਵਾਸਤੇ ਤੇ ਠੀਕ ਰੱਖ ਲਈਏ। ਬਿਲਕੁਲ ਬਿਲਕੁਲ ਜਿਹੜਾ ਦੁੱਧ ਅਸੀਂ ਘਰ 'ਚ ਪੀਣਾ ਉਸ ਮੱਝ ਨੂੰ ਟੀਕੇ ਤੇ ਨਾ ਲਾਈਏ, ਉਸ ਗਾਂ ਨੂੰ ਟੀਕੇ ਤੇ ਨਾ ਲਾਈਏ, ਬਿਲਕੁਲ ਉਹਨੂੰ ਚੰਗੀ ਫੀਡ ਪਾ ਕੇ ਵੀ ਉਹ ਚੋਂ ਪ੍ਰੋਡਕਸ਼ਨ ਲੈ ਸਕਦੇ ਜੀ, ਹਾਂ। ਸੋ ਲਿਖ ਚਾਹੀਦਾ ਹੈ ਕਿ ਮਨੁੱਖਤਾ ਦੀ ਖਾਤਰ ਸਾਰੀ ਖੇਤੀ ਅਸੀਂ ਸਾਂਝੀ ਕਰੀਏ, ਕੁਦਰਤੀ ਕਰੀਏ, ਕੁਦਰਤ ਨੇ ਸੰਤੁਲਨ ਬਣਾਇਆ। ਦੇਖੋ ਗਿੱਲ ਸਾਹਿਬ, ਕਮਾਈ ਅਸੀਂ ਬਹੁਤ ਕਰ ਲਈ, ਪੈਸਾ ਅਸੀਂ ਬਹੁਤ ਕਮਾ ਲਿਆ। ਜੀ ਅਸੀਂ ਬਚਪਨ 'ਚ ਸੀ, ਮੈਂ ਪੰਜਾਬ ਦੇ ਅੰਕੜੇ ਪੜ੍ਹਨੇ, ਪੰਜਾਬ 'ਚ ਕਿਸਾਨਾਂ ਸੇ 200 ਕਰੋੜ ਦਾ ਕਰਜ਼ਾ ਵਾ। ਜੀ ਕਿਸਾਨਾਂ ਨੇ ਬੜੀ ਪ੍ਰੋਡਕਸ਼ਨ ਕਰ ਲਈ, ਦਾਅਵੇ ਬੜੇ ਕਰ ਲਏ। ਅੱਜ 1,28,000 ਕਰੋੜ ਰੁਪਇਆ ਸਰਕਾਰੀ ਅਦਾਰਿਆਂ ਦਾ ਕਰਜ਼ਾ ਕਿਸਾਨ ਦੇ ਸਿਰ। ਜੀ ਆੜਤੀਏ ਦਾ ਵੱਖਰਾ ਵਾ, ਮਨੀ ਲੈਂਡਰ ਦਾ ਵੱਖਰਾ ਵਾ। ਜੀ ਤੇ ਫਿਰ ਕਮਾਇਆ ਕੀ? ਬਿਲਕੁਲ ਇਸ ਕਮਾਈ ਚੋਂ ਕਮਾਇਆ ਤੇ ਕਰਜ਼ਾ ਹੀ ਅਸੀਂ, ਤੇ ਕਿਉਂ ਨਹੀਂ ਇਹਨੂੰ ਛੱਡ ਦਿੰਦੇ? ਜੇ 25 ਮਣ ਦੀ ਥਾਂ 5 ਮਣ ਦਾਣੇ ਹੋ ਜਾਣਗੇ ਤੇ ਕਰਜ਼ਾ ਤਾਂ ਨਾ ਹੋਊਗਾ ਸਾਡੇ ਸਿਰ ਤੇ। ਜ਼ਹਿਰਾਂ ਮਹਿੰਗੀਆਂ ਨੇ, ਦਵਾਈਆਂ ਮਹਿੰਗੀਆਂ ਨੇ, ਇਹ ਜਿਹੜਾ ਮਾਫੀਆ ਰਲ ਕੇ ਸਾਰੇ ਕਾਰੋਬਾਰ ਕਰ ਰਿਹਾ। ਜੀ ਕਿਉਂਕਿ ਇਹਦੇ ਵਿੱਚ ਵੀ ਮਾਫੀਆ। ਕਿਸਾਨ ਸਿੱਧਾ ਜਾਂਦਾ ਦੁਕਾਨਦਾਰ ਕੋਲ, ਮੇਰਾ ਕੀੜਾ ਪੈ ਗਿਆ, ਤੇਲਾ ਪੈ ਗਿਆ, ਉਹਨੇ ਇੱਕ ਦੀ ਥਾਂ ਤੇ 2 ਦਵਾਈਆਂ ਰਲਾ ਕੇ ਦੇਣੀਆਂ, ਪਹਿਲਾਂ 2 ਕਰੀ ਇਕੱਠੀਆਂ ਕਰਕੇ, ਆ 3 ਸਪਰੇਆਂ ਕਰਦੇ, ਇੱਕ ਦੀ ਲੋੜ ਨਹੀਂ। ਬਿਲਕੁਲ ਖਾਦ ਜਿੱਥੇ 2 ਬੋਰੀਆਂ ਯੂਨੀਵਰਸਿਟੀ ਕਿਹਦੀ ਪਾਉਣੀ, ਉੱਥੇ ਲੋਕੀ 5 ਪਾਉਣ ਡਏ ਨੇ। ਸੋ ਇਹ ਜਿਹੜਾ ਮਿਸਯੂਜ਼ ਆਫ ਇਨਪੁਟਸ ਹੈਗਾ ਜਾਂ ਕੈਮੀਕਲਸ ਆ, ਇਹ ਵੀ ਸਾਡਾ ਵਾਤਾਵਰਨ ਤੇ ਸਿਹਤ ਨਾਲ ਖਿਲਵਾੜ ਕਰ ਰਿਹਾ ਵਾ, ਜਿਹਦੇ ਨਾਲ ਸਾਡਾ ਬੜਾ ਵੱਡਾ ਨੁਕਸਾਨ ਹੋ ਰਿਹਾ। ਬੱਚੇ ਅੱਗੇ ਸਾਡੇ ਥੋੜੇ ਕੁਝ ਬਾਹਰ ਚਲੇ ਗਏ, ਜਿਹੜੇ ਇੱਥੇ ਆ ਉਹ ਬਿਮਾਰੀਆਂ ਨਾਲ ਮਰ ਰਹੇ, ਨਸ਼ਿਆਂ ਨਾਲ ਮਰ ਰਹੇ। ਜੀ ਬਿਲਕੁਲ। ਸੋ ਬਿਲਕੁਲ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਸ਼ਾਮਲ ਹੋ ਕੇ ਸਮੁੱਚੀ ਗੱਲਬਾਤ ਦੇ ਵਿੱਚ ਜਿਹੜਾ ਆ ਉਹ ਹਿੱਸਾ ਲੈਣ ਵਾਸਤੇ। ਤੇ ਅੱਜ ਦੇ ਬ੍ਰੇਕਫਾਸਟ ਸ਼ੋਅ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਆ। ਅੱਗੇ ਚਾਹਾਂਗੇ ਇੱਕ ਵਾਰ ਫਿਰ ਡਾਕਟਰ ਸਾਹਿਬ ਦਾ ਧੰਨਵਾਦ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਿੱਖ ਸਿੰਘ।